Welcome students. Online education channel, YouTube channel, Educracy, Education for All ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਸਾਇੰਸ ਵਿਗਿਆਨ ਕਲਾਸ 8th ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੈਪਟਰ 1 ਫਸਲ ਉਤਪਾਦਨ ਅਤੇ ਪ੍ਰਬੰਧਨ ਕ੍ਰੌਪ ਪ੍ਰੋਡਕਸ਼ਨ ਐਂਡ ਮੈਨੇਜਮੈਂਟ ਪੜਾਂਗੇ। ਇਹ ਜੋ ਟਿਊਟੋਰੀਅਲ ਹੈ ਤੁਹਾਡੇ ਵਾਸਤੇ ਬਰਾਸ ਫਾਊਂਡੇਸ਼ਨ ਲੈ ਕੇ ਆਇਆ। ਬੱਚਿਓ ਇਹ ਜੋ ਲੈਸਨ ਹੈ ਤੁਹਾਡਾ ਪਹਿਲਾ ਇਹ ਅਸੀਂ 3 ਭਾਗਾਂ ਵਿੱਚ ਕਰਾਂਗੇ। ਅੱਜ ਅਸੀਂ ਪਹਿਲਾ ਭਾਗ ਕਰਨ ਜਾ ਰਹੇ ਹਾਂ। ਜੋ ਲੈਸਨ ਹੈ ਉਹ 2 ਹਿੱਸਿਆਂ ਵਿੱਚ ਕੀਤਾ ਜਾਏਗਾ ਤੇ ਜੋ ਐਕਸਰਸਾਈਜ਼ ਹੈ ਕੁਐਸਚਨ ਆਨਸਰਸ ਵਗੈਰਾ ਤੇ ਹੋਰ ਐਕਸਰਸਾਈਜ਼ ਹੈ ਉਹ ਇੱਕ ਅਲੱਗ ਜੋ ਸੈਸ਼ਨ ਹੈ ਉਹਦੇ ਵਿੱਚ ਕੀਤੀ ਜਾਏਗੀ। ਸੋ ਲੈਸਨ ਨੇ ਪੜ੍ਹਦੇ ਹਾਂ ਆਪਾਂ। ਜੋ ਇਹ ਲੈਸਨ ਹੈ ਇਹਦੇ ਵਿੱਚ 2 ਕਿਰਦਾਰ ਨੇ, ਪਹੇਲੀ ਤੇ ਬੂਝੋ। ਜੋ ਇਹਨਾਂ ਦੀ ਆਪਸ ਦੀ ਗੱਲਬਾਤ ਵੀ ਚੱਲਦੀ ਰਹੇਗੀ ਤੇ ਜੋ ਬੱਚੇ ਨੇ ਤੁਹਾਡੀ ਉਮਰ ਦੇ ਜਿਵੇਂ ਕਿ ਤੁਸੀਂ ਬਹੁਤ ਹੀ ਉਤਸੁਕ ਹੁੰਦੇ ਹੋ ਸਵਾਲ ਪੁੱਛਣ ਤੇ ਨਵੀਆਂ ਚੀਜ਼ਾਂ ਜਾਣਨ ਵਾਸਤੇ, ਇੱਦਾਂ ਹੀ ਇਹ ਵੀ ਬਹੁਤ ਹੀ ਉਤਸੁਕ ਨੇ, ਬਹੁਤ ਹੀ ਕਿਊਰੀਅਸ ਨੇ ਤੇ ਨਵੀਆਂ ਚੀਜ਼ਾਂ ਜਾਣਨ ਵਾਸਤੇ ਇਹ ਬਹੁਤ ਹੀ ਸਵਾਲ ਪੁੱਛਦੇ ਨੇ ਤੇ ਇਹਨਾਂ ਕਰਕੇ ਹੀ ਜੋ ਇਹ ਲੈਸਨ ਹੈ ਇਹ ਕਾਫੀ ਰੋਚਕ ਤੇ ਇੰਟਰਸਟਿੰਗ ਬਣਿਆ। ਆਓ ਪੜ੍ਹਦੇ ਹਾਂ। ਫਸਲ ਉਤਪਾਦਨ ਤੇ ਪ੍ਰਬੰਧਨ ਕ੍ਰੌਪ ਪ੍ਰੋਡਕਸ਼ਨ ਐਂਡ ਮੈਨੇਜਮੈਂਟ। ਪਹੇਲੀ ਇਹ ਲੜਕੀ ਦਾ ਨਾਮ ਹੈ ਅਤੇ ਬੂਝੋ ਇਸ ਲੜਕੇ ਦਾ ਨਾਮ ਹੈ। ਪਹੇਲੀ ਅਤੇ ਬੂਝੋ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਚਾਚਾ ਜੀ ਦੇ ਘਰ ਗਏ। ਉਹਨਾਂ ਦੇ ਚਾਚਾ ਜੀ ਕਿਸਾਨ ਹਨ। ਇੱਕ ਦਿਨ ਉਹਨਾਂ ਨੇ ਖੇਤ ਵਿੱਚ ਕੁਝ ਔਜ਼ਾਰ ਵੇਖੇ ਜਿਵੇਂ ਕਿ ਖੁਰਪੀ, ਦਾਤੀ, ਬੇਲਚਾ, ਹਲ ਆਦਿ। ਤੇ ਇਹ ਸਭ ਦੇਖ ਕੇ ਹੁਣ ਬੂਝੋ ਦੇ ਮਨ 'ਚ ਇੱਕ ਸਵਾਲ ਆਇਆ, ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਔਜ਼ਾਰ ਅਸੀਂ ਕਿੱਥੇ ਅਤੇ ਕਿਵੇਂ ਵਰਤਦੇ ਹਾਂ। ਸੋ ਬੱਚਾ ਉਹਨੇ ਨਵੀਆਂ ਚੀਜ਼ਾਂ ਦੇਖੀਆਂ ਤਾਂ ਉਸਦੇ ਮਨ 'ਚ ਇੱਕ ਵਿਚਾਰ ਆਇਆ ਕਿ ਇਹ ਜੋ ਔਜ਼ਾਰ ਨੇ ਇਹ ਕਿੱਥੇ ਅਤੇ ਕਿਵੇਂ ਵਰਤੇ ਜਾਂਦੇ ਨੇ। ਤੇ ਅੱਗੇ ਆਪਾਂ ਲੈਸਨ 'ਚ ਵੱਧਦੇ ਹਾਂ। ਤੁਸੀਂ ਸਾਰਿਆਂ ਨੇ ਪੜ੍ਹਿਆ ਹੈ ਕਿ ਸਾਰੇ ਜੀਵਾਂ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ। ਹਰੇ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ। ਕੀ ਤੁਸੀਂ ਸੋਚ ਸਕਦੇ ਹੋ ਕਿ ਹਰੇ ਪੌਦੇ ਆਪਣਾ ਭੋਜਨ ਕਿਵੇਂ ਸੰਸ਼ਲਿਸ਼ਟ ਜੋ ਭੋਜਨ ਨੂੰ ਬਣਾਉਂਦੇ ਨੇ ਉਹ ਸੰਚਲਿਤ ਕਿਵੇਂ ਕਰਦੇ ਹਨ। ਸੋ ਮਨੁੱਖ ਅਤੇ ਸਾਰੇ ਜੰਤੂ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਤਾਂ ਫਿਰ ਜੰਤੂ ਆਪਣਾ ਭੋਜਨ ਕਿਵੇਂ ਪ੍ਰਾਪਤ ਕਰਦੇ ਹਨ। ਸੋ ਇਹ ਕੁਝ ਸਵਾਲਾਂ ਦੇ ਜਵਾਬ ਤੇ ਅਸੀਂ ਆਪਣੇ ਵਾਸਤੇ ਵੀ ਤੇ ਬੂਝੋ ਵਾਸਤੇ ਵੀ ਲੱਭਣੇ ਇਸ ਲੈਸਨ ਦੇ ਦੌਰਾਨ। ਸੋ ਆਓ ਅੱਗੇ ਵੱਧਦੇ ਹਾਂ। ਪਰ ਇਸ ਤੋਂ ਪਹਿਲਾਂ ਅਸੀਂ ਇਹ ਜਾਣ ਲਈਏ ਕਿ ਅਸੀਂ ਭੋਜਨ ਕਿਉਂ ਖਾਂਦੇ ਹਾਂ। ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਭੋਜਨ ਤੋਂ ਪ੍ਰਾਪਤ ਊਰਜਾ ਨੂੰ ਜੰਤੂ ਭਾਵ ਜਾਨਵਰ, ਇਨਸਾਨ ਤੇ ਹੋਰ ਜਿੰਨੇ ਵੀ ਤਰ੍ਹਾਂ ਦੇ ਜੰਤੂ ਨੇ ਆਪਣੀਆਂ ਬਹੁਤ ਸਾਰੀਆਂ ਸਰੀਰਕ ਕਿਰਿਆਵਾਂ ਲਈ ਵਰਤਦੇ ਹਨ। ਜਿਵੇਂ ਕਿ ਉਹ ਕਿਰਿਆਵਾਂ ਕਿਹੜੀਆਂ ਨੇ? ਪਾਚਨ ਕਿਰਿਆ, ਸਾਹ ਕਿਰਿਆ ਅਤੇ ਮਲ ਤਿਆਗ ਕਿਰਿਆ। ਇਹ ਕੁਝ ਕਿਰਿਆਵਾਂ ਦੇ ਤੁਹਾਨੂੰ ਐਗਜ਼ਾਮਪਲ ਦਿੱਤੀਆਂ ਗਈਆਂ ਨੇ ਜਿਸ 'ਚ ਸਾਡੀ ਊਰਜਾ ਹੈ ਉਹ ਖਪਤ ਹੁੰਦੀ ਹੈ, ਖਰਚ ਹੁੰਦੀ ਹੈ। ਅਸੀਂ ਆਪਣਾ ਭੋਜਨ ਪੌਦਿਆਂ ਜਾਂ ਜੰਤੂਆਂ ਤੋਂ ਜਾਂ ਪੌਦਿਆਂ ਅਤੇ ਜੰਤੂਆਂ ਦੋਵਾਂ ਤੋਂ ਪ੍ਰਾਪਤ ਕਰਦੇ ਹਾਂ। ਸੋ ਜੋ ਮੈਨ ਹੈ, ਜੋ ਹਿਊਮਨ ਹੈ, ਜੋ ਇਨਸਾਨ ਹੈ ਉਹ ਓਮਨੀਵੋਰਸ ਹੈ। ਉਹ ਹਰ ਇੱਕ ਚੀਜ਼ ਖਾਂਦਾ, ਉਹ ਪੌਦੇ ਤੇ ਜੰਤੂ, ਮਾਸ ਤੇ ਬਨਸਪਤੀ ਦੋਨੋਂ ਖਾਂਦਾ ਹੈ। ਇਸ ਕਰਕੇ ਜੋ ਅਸੀਂ ਆਪਣਾ ਭੋਜਨ ਪੌਦਿਆਂ ਤੋਂ ਲੈ ਸਕਦੇ ਹਾਂ ਜਾਂ ਜੰਤੂਆਂ ਤੋਂ ਲੈ ਸਕਦੇ ਹਾਂ, ਜੀਵਾਂ ਤੋਂ ਲੈ ਸਕਦੇ ਹਾਂ ਜਾਂ ਦੋਨਾਂ ਤੋਂ। ਸੋ ਜੋ ਸਾਡੀ ਭੋਜਨ ਹੈ ਉਹਦੇ ਵਿੱਚ ਦੋਨੋਂ ਵੀ ਸ਼ਾਮਲ ਨੇ। ਸੋ ਇਹ ਦੱਸਿਆ ਗਿਆ ਇਹਦੇ 'ਚ। ਕਿਉਂਕਿ ਸਾਨੂੰ ਸਾਰਿਆਂ ਨੂੰ ਹੀ ਭੋਜਨ ਦੀ ਜ਼ਰੂਰਤ ਹੈ ਤਾਂ ਫਿਰ ਅਸੀਂ ਆਪਣੇ ਦੇਸ਼ ਦੀ ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਿਵੇਂ ਕਰਾ ਸਕਦੇ ਹਾਂ। ਅਜਿਹਾ ਕਰਨ ਲਈ ਸਾਨੂੰ ਵੱਡੇ ਪੱਧਰ ਤੇ ਭੋਜਨ ਦਾ ਉਤਪਾਦਨ ਕਰਨਾ ਜ਼ਰੂਰੀ ਹੈ। ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਾਉਣ ਲਈ ਭੋਜਨ ਦਾ ਲਗਾਤਾਰ ਉਤਪਾਦਨ, ਉਚਿਤ ਪ੍ਰਬੰਧਨ ਅਤੇ ਸਹੀ ਵੰਡ ਪ੍ਰਣਾਲੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਭਾਰਤ ਜੋ ਬਹੁਤ ਹੀ ਉਪਜਾਊ ਜ਼ਮੀਨ ਵਾਲਾ ਦੇਸ਼ ਹੈ, ਪਰੰਤੂ ਫਿਰ ਵੀ ਕਿਸੇ ਚੀਜ਼ ਨੂੰ ਜ਼ਿਆਦਾ ਉਤਪਾਦਨ ਕਰ ਲੈਣ ਨਾਲ ਜਨਸੰਖਿਆ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਉਹਦਾ ਇੱਕ ਪ੍ਰੋਪਰ ਮੈਨੇਜਮੈਂਟ, ਉਸਦੀ ਇੱਕ ਉਚਿਤ ਪ੍ਰਬੰਧਨ ਵੀ ਜ਼ਰੂਰੀ ਹੈ ਤਾਂ ਕਿ ਜੋ ਅਨਾਜ ਹੈ, ਜੋ ਉਹ ਖਾਦ ਪਦਾਰਥ ਨੇ ਉਹ ਆਮ ਲੋਕਾਂ ਤੱਕ ਬਰਾਬਰ ਪਹੁੰਚ ਸਕਣ।
ਸੋ ਇਸੇ ਕਰਕੇ ਜੋ ਲੈਸਨ ਨਾਮ ਕ੍ਰੌਪ ਪ੍ਰੋਡਕਸ਼ਨ ਦੇ ਨਾਲ ਮੈਨੇਜਮੈਂਟ, ਪ੍ਰੋਡਕਸ਼ਨ ਵੀ ਜ਼ਰੂਰੀ ਹੈ ਤੇ ਉਸਦੇ ਨਾਲ ਹੀ ਮੈਨੇਜਮੈਂਟ ਵੀ ਬਹੁਤ ਜ਼ਰੂਰੀ ਹੈ। ਸੋ ਇਸੇ ਤਰ੍ਹਾਂ ਫਸਲ ਉਤਪਾਦਨ ਤਾਂ ਜ਼ਰੂਰੀ ਹੈ ਹੀ ਹੈ ਤੇ ਉਸਦਾ ਪ੍ਰਬੰਧਨ ਉਹ ਵੀ ਬਹੁਤ ਜ਼ਰੂਰੀ ਹੈ। ਚਲੋ ਅੱਗੇ ਵਧਦੇ ਹਾਂ। ਖੇਤੀਬਾੜੀ ਪੱਧਤੀਆਂ। ਹੁਣ ਥੋੜਾ ਇਹ ਬੈਕਗਰਾਉਂਡ ਮਤਲਬ ਮਨੁੱਖ ਦਾ ਇਤਿਹਾਸ ਅਤੇ ਖੇਤੀਬਾੜੀ ਦਾ ਇਤਿਹਾਸ ਬਾਰੇ ਕੁਝ ਦੋ ਲਾਈਨਾਂ ਤੁਹਾਨੂੰ ਇਸ ਕਿਤਾਬ ਵਿੱਚ ਮਿਲਣਗੀਆਂ। ਲਗਭਗ 10,000 ਈਸਾ ਪੂਰਵ 10,000 ਸਾਲ ਈਸਾ ਪੂਰਵ ਮਨੁੱਖ ਜੰਗਲੀ ਜੀਵਨ ਬਤੀਤ ਕਰਦਾ ਸੀ। ਉਹ ਭੋਜਨ ਅਤੇ ਰਹਿਣ ਬਸੇਰੇ ਮਤਲਬ ਘਰ ਵਾਸਤੇ, ਰਾਤ ਕੱਟਣ ਵਾਸਤੇ, ਰਹਿਣ ਬਸੇਰੇ ਲਈ ਦੀ ਭਾਲ ਵਿੱਚ ਇੱਧਰ ਉੱਧਰ ਘੁੰਮਦਾ ਸੀ। ਉਹ ਪੌਦਿਆਂ ਦੇ ਤਣੇ, ਪੱਤੇ ਅਤੇ ਜੜ੍ਹਾਂ ਖਾਂਦਾ ਸੀ। ਫਿਰ ਉਸਨੇ ਜੰਤੂਆਂ ਦਾ ਸ਼ਿਕਾਰ ਕਰਕੇ ਖਾਣਾ ਸ਼ੁਰੂ ਕੀਤਾ। ਸਮਾਂ ਬੀਤਣ ਦੇ ਨਾਲ ਮਨੁੱਖ ਦੇ ਕੁਝ ਕਬੀਲਿਆਂ ਨੇ ਪਾਣੀ ਦੇ ਸਰੋਤ ਕੌਣ ਨੇ? ਨਦੀਆਂ ਤੇ ਦਰਿਆ ਤੇ ਸਮੁੰਦਰ, ਇਹ ਸਾਰੇ ਪਾਣੀ ਦੇ ਸਰੋਤ ਨੇ। ਪਾਣੀ ਦੇ ਸਰੋਤਾਂ ਦੇ ਨੇੜੇ ਵਸਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਭੋਜਨ ਲਈ ਕਣਕ, ਚਾਵਲ ਅਤੇ ਹੋਰ ਫਸਲਾਂ ਨੂੰ ਉਗਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਖੇਤੀਬਾੜੀ ਦਾ ਜਨਮ ਹੋਇਆ। ਜਦੋਂ ਸ਼ੁਰੂਆਤੀ ਇਨਸਾਨੀ ਕਬੀਲਿਆਂ ਨੇ ਇੱਕ ਪੱਕੀ ਵਸੋਂ ਬਣਾ ਕੇ ਪਾਣੀ ਦੇ ਸਰੋਤਾਂ ਦੇ ਨੇੜੇ ਰਹਿਣਾ ਸ਼ੁਰੂ ਕੀਤਾ ਤੇ ਉਦੋਂ ਫਿਰ ਉਹ ਘੁੰਮ ਕੇ ਭੋਜਨ ਇਕੱਠਾ ਨਹੀਂ ਕਰ ਸਕਦੇ ਸਨ ਤੇ ਉਹਨਾਂ ਨੇ ਫਿਰ ਕੁਝ ਇੱਕ ਚੀਜ਼ਾਂ ਨੂੰ ਜਿਵੇਂ ਕਣਕ, ਚਾਵਲ ਨੂੰ ਆਪਣੇ ਨੇੜੇ ਹੀ ਉਗਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਹੀ ਜੋ ਖੇਤੀਬਾੜੀ ਦਾ ਜਨਮ ਹੋਇਆ। ਪੌਦਿਆਂ ਦੀਆਂ ਕੁਝ ਪ੍ਰਜਾਤੀਆਂ ਇੱਕੋ ਥਾਂ ਤੇ ਉਗਾਉਣ ਨੂੰ ਖੇਤੀਬਾੜੀ ਕਹਿੰਦੇ ਹਨ। ਇਹ ਸਵਾਲ ਵੀ ਬਣਦਾ ਹੈ, ਖੇਤੀਬਾੜੀ ਕਿਸ ਨੂੰ ਆਖਦੇ ਨੇ? ਖੇਤੀਬਾੜੀ ਕਿਸ ਨੂੰ ਕਹਿੰਦੇ ਨੇ? ਜਦੋਂ ਪੌਦਿਆਂ ਦੀਆਂ ਕੁਝ ਪ੍ਰਜਾਤੀਆਂ ਇੱਕੋ ਥਾਂ ਤੇ ਉਗਾਈਆਂ ਜਾਂਦੀਆਂ ਨੇ ਉਸ ਨੂੰ ਖੇਤੀਬਾੜੀ ਕਹਿੰਦੇ ਹਨ। ਪੌਦਿਆਂ ਦੀ ਇੱਕੋ ਪ੍ਰਜਾਤੀ ਨੂੰ ਇੱਕੋ ਥਾਂ ਤੇ ਵੱਡੇ ਪੱਧਰ ਤੇ ਉਗਾਉਣ ਨੂੰ ਫਸਲ ਕਿਹਾ ਜਾਂਦਾ ਹੈ। ਤੇ ਇਹ ਵੀ ਇੱਕ ਪ੍ਰਸ਼ਨ ਬਣਦਾ ਕਿ ਫਸਲ ਕਿਸ ਨੂੰ ਕਹਿੰਦੇ ਨੇ? ਜਦੋਂ ਪੌਦਿਆਂ ਦੀ ਇੱਕੋ ਪ੍ਰਜਾਤੀ, ਜਦੋਂ ਇੱਕੋ ਹੀ ਤਰ੍ਹਾਂ ਦੇ ਪੌਦੇ ਕਾਫੀ ਨੰਬਰਸ 'ਚ, ਕਾਫੀ ਵੱਡੇ ਪੱਧਰ ਤੇ, ਕਾਫੀ ਗਿਣਤੀ 'ਚ ਉਗਾਏ ਜਾਂਦੇ ਨੇ ਤਾਂ ਉਸ ਨੂੰ ਫਸਲ ਕਿਹਾ ਜਾਂਦਾ ਹੈ। ਇਸ ਦੀ ਉਦਾਹਰਣ ਕੁਛ ਇਸ ਤਰ੍ਹਾਂ ਹੈ। ਕਣਕ ਦੀ ਫਸਲ ਤੋਂ ਭਾਵ ਹੈ ਕਿ ਖੇਤ ਵਿੱਚ ਉਗਾਏ ਗਏ ਸਾਰੇ ਪੌਦੇ ਕਣਕ ਪ੍ਰਜਾਤੀ ਦੇ ਹੀ ਹਨ। ਜੇ ਅਸੀਂ ਇਹ ਕਹਿੰਦੇ ਹਾਂ ਵੀ ਕਿਸੇ ਖੇਤ ਵਿੱਚ ਕਣਕ ਦੀ ਫਸਲ ਉਗ ਰਹੀ ਹੈ ਤਾਂ ਇਸ ਤੋਂ ਕੀ ਭਾਵ ਹੈ ਕਿ ਉਸ ਖੇਤ ਵਿੱਚ ਸਾਰੇ ਪੌਦੇ ਕਣਕ ਪ੍ਰਜਾਤੀ ਦੇ ਹਨ। ਫਸਲਾਂ ਅਲੱਗ-ਅਲੱਗ ਕਿਸਮ ਦੀਆਂ ਹੁੰਦੀਆਂ ਹਨ। ਹੁਣ ਜੋ ਫਸਲਾਂ ਨੇ ਉਹ ਕਈ ਪ੍ਰਕਾਰ ਦੀਆਂ ਹੁੰਦੀਆਂ, ਜਿਵੇਂ ਕਿ ਅਨਾਜ, ਦਾਲਾਂ, ਸਬਜ਼ੀਆਂ, ਫਲ ਆਦਿ। ਜਿਸ ਮੌਸਮ ਵਿੱਚ ਇਹ ਪੌਦੇ ਉਗਾਏ ਜਾਂਦੇ ਹਨ ਉਸ ਦੇ ਆਧਾਰ ਤੇ ਹੀ ਅਸੀਂ ਫਸਲਾਂ ਦਾ ਵਰਗੀਕਰਨ ਕਰ ਸਕਦੇ ਹਾਂ। ਸੋ ਜਿਵੇਂ ਗਰਮੀ ਦੀਆਂ ਫਸਲਾਂ, ਸਰਦੀ ਦੀਆਂ ਫਸਲਾਂ, ਇਸ ਤਰ੍ਹਾਂ ਮੌਸਮ ਦੇ ਆਧਾਰ ਤੇ ਫਸਲਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਉਹਨਾਂ ਦੀ ਕੈਟੇਗਰਾਈਜੇਸ਼ਨ ਹੈ, ਜੋ ਉਹਨਾਂ ਦੀ ਡਿਵੀਜ਼ਨ ਹੈ, ਜੋ ਉਹਨਾਂ ਦੇ ਮੌਸਮ ਦੇ ਆਧਾਰ ਤੇ ਕੀਤੀ ਜਾਂਦੀ ਹੈ। ਮੌਸਮ ਵਿੱਚ ਇਹ ਪੌਦੇ ਉਗਾਏ ਜਾਂਦੇ ਹਨ, ਉਸਦੇ ਹੀ ਆਧਾਰ ਤੇ ਇਹਨਾਂ ਫਸਲਾਂ ਦਾ ਵਰਗੀਕਰਨ ਕਰ ਸਕਦੇ ਹਾਂ। ਭਾਰਤ ਇੱਕ ਵਿਸ਼ਾਲ ਦੇਸ਼ ਹੈ। ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ। ਇਸ ਵਿੱਚ ਕਈ ਤਰ੍ਹਾਂ ਦੇ ਮੌਸਮ ਪਾਏ ਜਾਂਦੇ ਹਨ। ਮੌਸਮੀ ਹਾਲਾਤਾਂ ਜਿਵੇਂ ਤਾਪਮਾਨ, ਨਮੀ ਅਤੇ ਵਰਖਾ ਆਦਿ ਭਿੰਨ-ਭਿੰਨ ਖੇਤਰਾਂ ਵਿੱਚ ਭਿੰਨ-ਭਿੰਨ ਹਨ ਤੇ ਬਹੁਤ ਵੱਡਾ ਦੇਸ਼ ਹੋਣ ਕਰਕੇ ਇਸ ਵਿੱਚ ਅਲੱਗ-ਅਲੱਗ ਜੋ ਖੇਤਰ ਹੈ ਉਹਦੇ ਵਿੱਚ ਅਲੱਗ-ਅਲੱਗ ਤਾਪਮਾਨ, ਜਿਵੇਂ ਕਿ ਕੁਝ ਸਟੇਟਸ ਨੇ, ਜੋ ਕੁਝ ਸੂਬੇ ਨੇ, ਜੰਮੂ ਕਸ਼ਮੀਰ, ਹਿਮਾਚਲ ਵਗੈਰਾ, ਇੱਥੇ ਤਾਪਮਾਨ ਬਹੁਤ ਨੀਚੇ ਹੈ, ਬਹੁਤ ਠੰਡ ਪਈ ਜਾਂਦੀ ਹੈ ਤੇ ਕੁਝ ਸੂਬੇ ਜਿਵੇਂ ਕਿ ਰਾਜਸਥਾਨ ਹੈ ਉਹ ਬਹੁਤ ਹੀ ਗਰਮ ਹੈ ਤੇ ਜਿਵੇਂ ਸਾਊਥ ਚਲੇ ਜਾਈਏ ਆਪਾਂ, ਦੱਖਣ 'ਚ ਚਲੇ ਜਾਈਏ, ਕੁਝ ਸੂਬੇ ਐਸੇ ਨੇ ਕੇਰਲਾ ਵਰਗੇ ਜਿੱਥੇ ਕਿ ਨਮੀ ਤੇ ਵਰਖਾ ਬਹੁਤ ਹੁੰਦੀ ਹੈ। ਸੋ ਇਸ ਤਰ੍ਹਾਂ ਹੀ ਜੋ ਭਾਰਤ ਹੈ ਇਸ ਵਿੱਚ ਭਿੰਨ-ਭਿੰਨ ਖੇਤਰਾਂ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਮੌਸਮ, ਤਾਪਮਾਨ, ਨਮੀ ਅਤੇ ਵਰਖਾ ਪਾਈ ਜਾਂਦੀ ਹੈ। ਇਸੇ ਲਈ ਸਾਡੇ ਦੇਸ਼ ਦੇ ਭਿੰਨ-ਭਿੰਨ ਖੇਤਰਾਂ ਵਿੱਚ ਭਿੰਨ-ਭਿੰਨ ਫਸਲਾਂ ਉਗਾਈਆਂ ਜਾਂਦੀਆਂ ਹਨ। ਸੋ ਇਹੀ ਕਾਰਨ ਹੈ ਕਿ ਜੋ ਭਾਰਤ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਫਸਲਾਂ ਉਗਾਈਆਂ ਜਾਂਦੀਆਂ। ਇੰਨੀ ਜ਼ਿਆਦਾ ਭਿੰਨਤਾ ਦੇ ਬਾਵਜੂਦ ਮੋਟੇ ਤੌਰ ਤੇ ਫਸਲਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ, ਪਰੰਤੂ ਇੰਨੀ ਭਿੰਨਤਾ ਦੇ ਬਾਵਜੂਦ ਵੀ ਫਸਲਾਂ ਨੂੰ ਦੋ ਜੋ ਮੁੱਖ ਵਰਗ ਨੇ ਉਹਨਾਂ ਵਿੱਚ ਵੰਡਿਆ ਜਾਂਦਾ। ਆ ਦੇਖੋ ਜੋ ਭਾਰਤ ਹੈ, ਇਹਦਾ ਭਾਰਤ ਦਾ ਤੁਹਾਡਾ ਨਕਸ਼ਾ ਹੈ ਤੇ ਇਹ ਜਦ ਕਿ ਤੁਹਾਡੇ ਜੋ ਲੈਸਨ ਦਾ ਪਾਰਟ ਨਹੀਂ ਹੈ ਪਰ ਤੁਹਾਡੀ ਨੌਲੇਜ ਵਾਸਤੇ ਜੋ ਸਮੁੱਚੇ ਭਾਰਤ ਦੇਸ਼ ਨੂੰ ਫਸਲਾਂ ਦੇ ਆਧਾਰ ਤੇ 15 ਫਸਲੀ ਮੌਸਮ ਖੇਤਰਾਂ ਵਿੱਚ ਵੰਡਿਆ ਗਿਆ ਹੈ। ਸੋ ਇਹਨਾਂ ਦੀ ਲਿਸਟ ਵੀ ਦਿੱਤੀ ਹੈ
पर ये फिलहाल तुहानू पढ़न की लोड़ नहीं, तुहाडे सिलेबस विच नहीं है। तुहानू सिर्फ इन्ना ही जानना जरूरी है कि जो भारत है बड़ा ही भिन्न भिन्न मौसमां वाला देश है ते इत्थे 15 तरह के फसली मौसम खेतर पाए जाते हैं। इस तो बाद जो खरीफ दियां फसलां, जो दो मुख वर्ग ने वो है खरीफ दियां फसलां अते रबी दियां फसलां। सो पहला है खरीफ दियां फसलां, खरीफ क्रॉप्स। जो फसलां वर्खा रुत विच उगाईयां जांदियां हन उन्हां नूं खरीफ दियां फसलां कहा जाता है। जो फसलां मीह दे मौसम च वर्खा रुत विच उगाईयां जांदियां वो खरीफ दियां फसलां हुंदियां। भारत विच वर्खा दी रुत जून तो सितंबर महीने तक रहिंदी है ते जो खरीफ दियां फसलां हन उन्हां दी उदाहरणां हन चावल, मक्की, सोयाबीन, मूंगफली, कपाह आदि। ये सब खरीफ दियां फसलां हन। ये फसलां मॉनसून उपर निर्भर करदियां हन क्योंकि ये वर्खा वाले समय के दौरान होंदियां तां ये क्योंकि वर्खा मॉनसून तो भाव है वर्खा मीह, ये फसलां मॉनसून पर निर्भर करदियां हन। सो ये कुछ तस्वीरां तुहाडे वास्ते लियांदियां गईयां। ये चावल का जो पौधा है, जो फसल है, इस तरह दिखती है। मक्की आ देखो छलियां लगियां ने। सो ये सोयाबीन, सोयाबीन दियां फलियां हुंदियां। मूंगफली, मूंगफली का बूटा है, जड़ च मूंगफली लगी हुई है। कपाह, कपाह का देखो बूटा है ते कपाह देखो तो इस विच रुई दे जो है बिल्कुल साफ दिख रहे हैं। सो इस तरह रबी दियां फसलां, रबी क्रॉप्स। जो फसलां सर्दी रुत विच पाईयां जांदियां हन उन्हां नूं रबी दियां फसलां कहा जाता है। जिवें खरीफ दियां फसलां वर्खा रुत विच हुंदियां ने, इसी तरह रबी दियां फसलां सर्दी दी रुत विच हुंदियां ने। ये मॉनसून ते निर्भर नहीं करदियां। ये अक्तूबर तो मार्च के महीनों दौरान उगाईयां जांदियां हन। जिवें कि यह जून तो सितंबर, ये अक्तूबर तो मार्च। ਇਹਦੀਆਂ एग्जांपल्स की ने, उदाहरण की ने कणक, छोले, मटर, सरों, अलसी आदि। सो एक कणक का बूटा तुहानूं दिखाया गया, ये छोले ने, ये सरों। उपरोक्त फसलों तो इलावा कई खेतरां विच गर्मी रुत दीयां दालां ਅਤੇ सब्जियां भी उगाईयां जांदियां हन। इस तो इलावा भी होर बहुत तरह के फसलां उगाईयां जांदियां जिस विच दालां ते सब्जियां भी शामिल ने, पर जो ये तुहानूं दित्तियां गईयां ने उदाहरणों के तौर पर ये प्रमुख फसलां ने। सो जो भी तुहानूं क्वेश्चन आना तुसीं यही जो प्रमुख फसलों की एग्जांपल्स देनियां ने, ठीक है। ये बहुत ही क्वेश्चन जो है आंदा है कि खरीफ फसल किहड़ी हुंदी है ते इहदियां उदाहरणां दिओ, ते रबी फसल किहड़ियां-किहड़ियां हुंदियां ने ते इहदी भी उदाहरण दिओ। सो इहदा हुण आपां अगे वधदे हां। फसल उत्पादन संबंधी मुख्य खेती पद्धतियां। फसल उत्पादन संबंधी मुख्य खेती पद्धतियां ਵੱਖ-ਵੱਖ ਫਸਲਾਂ ਨੂੰ ਉਗਾਉਣ ਲਈ ਕਿਸਾਨਾਂ ਨੂੰ ਸਮੇਂ-ਸਮੇਂ ਤੇ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਦੀ ਲੋੜ ਹੁੰਦੀ ਹੈ। ਇਹਨਾਂ ਕਿਰਿਆਵਾਂ ਨੂੰ ਖੇਤੀ ਪੱਧਤੀਆਂ ਆਖਦੇ ਹਨ। ਸੋ ਜੋ ਖੇਤੀਬਾੜੀ ਹੈ ਉਹਨੂੰ ਮੁੱਖ 7 ਭਾਗਾਂ ਵਿੱਚ ਵੰਡਿਆ ਗਿਆ। ਇਹਨਾਂ ਨੂੰ ਖੇਤੀ ਪੱਧਤੀਆਂ ਕਿਹਾ ਗਿਆ। ਜੋ ਕਿਰਿਆਵਾਂ ਕਿਸਾਨ ਖੇਤੀ ਨੂੰ ਕਰਨ ਵਾਸਤੇ ਅਪਣਾਉਂਦਾ ਹੈ ਉਹਨਾਂ ਨੂੰ ਖੇਤੀ ਪੱਧਤੀਆਂ ਕਿਹਾ ਜਾਂਦਾ ਹੈ। ਤੁਸੀਂ ਇਹ ਕਿਰਿਆਵਾਂ ਉਸ ਸਮੇਂ ਵੇਖ ਸਕਦੇ ਹੋ ਜਦੋਂ ਕੋਈ ਮਾਲੀ ਬਾਗ ਵਿੱਚ ਜਾਂ ਤੁਸੀਂ ਆਪਣੇ ਘਰ ਵਿੱਚ ਸਜਾਵਟੀ ਪੌਦੇ ਲਗਾ ਰਹੇ ਹੁੰਦੇ ਹੋ। ਇਹ ਸਾਰੀਆਂ ਉਹੀ ਕਿਰਿਆਵਾਂ ਨੇ ਜੋ ਜਦੋਂ ਅਸੀਂ ਜੋ ਘਰ ਵਿੱਚ ਫੁੱਲ ਬੂਟੇ ਸਜਾਵਟੀ ਬੂਟੇ ਲਗਾਉਂਦੇ ਆ ਜਾਂ ਅਸੀਂ ਦੇਖਦੇ ਆ ਸਾਡੇ ਸਕੂਲ ਵਿੱਚ ਮਾਲੀ ਜੋ ਕਿਰਿਆਵਾਂ ਕਰਦਾ ਹੈ ਉਹ ਸਾਰੀਆਂ ਹੀ ਕਿਰਿਆਵਾਂ ਇੱਕ ਕਿਸਾਨ ਵੀ ਕਰਦਾ ਹੈ ਖੇਤੀਬਾੜੀ ਵਾਸਤੇ। ਮੁੱਖ ਖੇਤੀ ਪੱਧਤੀਆਂ ਹੇਠ ਲਿਖੇ ਅਨੁਸਾਰ ਹਨ। ਨੰਬਰ 1 खेत दी भूमि की तैयारी। ये पहली है प्रिपरेशन ऑफ सॉइल। नंबर 2 बीज बीजना, इनू इंग्लिश च कहांगे सोइंग द सीड। नंबर 3 खाद पाउना, इसनू इंग्लिश च बोलांगे एडिंग मैन्योर एंड फर्टिलाइजर्स। मैन्योर ते फर्टिलाइजर्स दोनों खाद हुंदे ने। इन्हां दी की विशेषतावां ने ते की इन्हां दे डेफिनेशन की है तुहानूं अगे दसी जाऊगा। नंबर 4 सिंचाई इरीगेशन। नंबर 5 गोडी प्रोटेक्शन फ्रॉम वीड्स। नंबर 6 वाढी हार्वेस्टिंग। नंबर 7 भंडारण स्टोरेज। सो पहला जो क्रिया है उस बारे पढ़ते हैं। खेत की भूमि की तैयारी। फसल उगाउण लई सब तो पहला काम है खेत जां भूमि की तैयारी। खेतीबाड़ी विच सब तो महत्वपूर्ण काम मिट्टी नूं पुट्टना जां पोला करना है। सो ये पहला काम है, इस करके बहुत ही महत्वपूर्ण है। इस तरह करन नाल हुंदा की है, मिट्टी नूं पुट्टण नाल ते उसनूं पुल्ला करन नाल, इस तरह करन नाल
ਪੌਦਿਆਂ ਦੀਆਂ ਜੜ੍ਹਾਂ ਆਸਾਨੀ ਨਾਲ ਮਿੱਟੀ ਅੰਦਰ ਡੂੰਘੀਆਂ ਧਸ ਜਾਂਦੀਆਂ ਹਨ। ਪੋਲੀ ਮਿੱਟੀ ਵਿੱਚ ਜੜ੍ਹਾਂ ਡੂੰਘਾਈ ਵਿੱਚ ਵੀ ਆਸਾਨੀ ਨਾਲ ਸਾਹ ਲੈ ਸਕਦੀਆਂ ਹਨ। ਪੋਲੀ ਮਿੱਟੀ ਪੌਦਿਆਂ ਦੀਆਂ ਜੜ੍ਹਾਂ ਨੂੰ ਆਸਾਨੀ ਨਾਲ ਸਾਹ ਲੈਣ ਵਿੱਚ ਕਿਵੇਂ ਮਦਦ ਕਰਦੀ ਹੈ? ਸੋ ਜਦੋਂ ਤੁਸੀਂ ਇਹ ਜੋ ਵਾਕ ਹੈ ਸੁਣਿਆ ਤਾਂ ਇਹ ਸਵਾਲ ਤੁਹਾਡੇ ਮਨ ਵਿੱਚ ਆ ਸਕਦਾ ਹੈ। ਸੋ ਕਿਵੇਂ ਮਦਦ ਕਰਦੀ ਹੈ? ਪੋਲੀ ਮਿੱਟੀ ਗੰਡੋਇਆਂ ਅਤੇ ਸੂਖਮ ਜੀਵਾਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੀ ਹੈ। ਇਹ ਜੀਵ ਜੰਤੂ ਕਿਸਾਨ ਦੇ ਮਿੱਤਰ ਹਨ। ਇਹ ਕਿਸਾਨ ਵਾਸਤੇ ਮਦਦਗਾਰ ਨੇ, ਇਸ ਕਰਕੇ ਇਹਨਾਂ ਨੂੰ ਕਿਸਾਨ ਦੇ ਮਿੱਤਰ ਕਿਹਾ ਜਾਂਦਾ ਹੈ। ਤੇ ਕਿਉਂਕਿ ਇਹ ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀਕਰਨ ਵਿੱਚ ਕਿਸਾਨ ਦੀ ਮਦਦ ਕਰਦੇ ਹਨ ਅਤੇ ਮਿੱਟੀ ਵਿੱਚ ਮੱਲੜ, ਇਹਨੂੰ ਇੰਗਲਿਸ਼ ਵਿੱਚ ਹਿਊਮਸ ਕਿਹਾ ਜਾਂਦਾ ਹੈ, ਦੀ ਮਾਤਰਾ ਵਧਾਉਂਦੇ ਹਨ। ਪਰ ਫਿਰ ਵੀ ਮਿੱਟੀ ਨੂੰ ਉਲਟਾਉਣ ਪਲਟਾਉਣ ਦੀ ਤੇ ਪੋਲੀਕਰਨ ਦੀ ਲੋੜ ਕਿਉਂ ਪੈਂਦੀ ਹੈ? ਸੋ ਹੁਣ ਅੱਗੇ ਆਪਾਂ ਪੜਾਂਗੇ ਕਿ ਇਹ ਕਿਉਂ ਲੋੜ ਪੈਂਦੀ ਹੈ ਤੇ ਇਸ ਦੇ ਕੀ ਫਾਇਦੇ ਨੇ। ਤੁਸੀਂ ਪਿਛਲੀਆਂ ਜਮਾਤਾਂ ਕਲਾਸਾਂ ਵਿੱਚ ਪੜ੍ਹਿਆ ਹੈ ਕਿ ਮਿੱਟੀ ਵਿੱਚ ਖਣਿਜ, ਪਾਣੀ, ਹਵਾ ਅਤੇ ਕੁਝ ਜੀਵ ਜੰਤੂ ਮੌਜੂਦ ਹੁੰਦੇ ਹਨ। ਇਹਨਾਂ ਤੋਂ ਇਲਾਵਾ ਜੋ ਜੀਵਾਣੂ ਹਨ, ਮਰੇ ਹੋਏ ਪੌਦਿਆਂ ਅਤੇ ਜੰਤੂਆਂ ਦਾ ਅਪਘਟਨ ਕਰਕੇ ਮੱਲੜ ਵਿੱਚ ਬਦਲ ਦਿੰਦੇ ਹਨ ਅਤੇ ਮਿੱਟੀ ਵਿੱਚ ਮਿਲਾ ਦਿੰਦੇ ਹਨ। ਸੋ ਇਹ ਕਿਰਿਆਵਾਂ ਜੋ ਹਨ, ਜੋ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਦਾ ਅਪਘਟਨ ਜੋ ਜੀਵਾਣੂ ਹੈ ਉਹ ਕਰਦੇ ਹੈ। ਸੋ ਇਹ ਕਿਰਿਆ ਜੋ ਹੈ ਇਹ ਹਮੇਸ਼ਾ ਮਿੱਟੀ ਦੇ ਅੰਦਰ ਚੱਲਦੀ ਰਹਿੰਦੀ ਹੈ। ਤੇ ਇਸ ਨਾਲ ਹੁੰਦਾ ਕੀ ਹੈ, ਜੋ ਇਸ ਤਰ੍ਹਾਂ ਸੰਜੀਵਾਂ ਵਿਚਲੇ ਪੋਸ਼ਕ ਤੱਤ ਮਿੱਟੀ ਵਿੱਚ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਜੋ ਸੰਜੀਵ, ਜੋ ਜ਼ਿੰਦਾ ਜੀਵ ਜੰਤੂ ਨੇ ਜਾਂ ਪੌਦੇ ਨੇ, ਉਹਨਾਂ ਦੇ ਜੋ ਤੱਤ ਨੇ, ਪੋਸ਼ਕ ਤੱਤ ਨੇ, ਉਹ ਮਿੱਟੀ ਵਿੱਚ ਦੁਬਾਰਾ ਪਹੁੰਚ ਜਾਂਦੇ ਹਨ। ਇਹ ਪੋਸ਼ਕ ਤੱਤ ਦੁਬਾਰਾ ਪੌਦਿਆਂ ਰਾਹੀਂ ਸੋਖ ਲਏ ਜਾਂਦੇ ਹਨ। ਸੋ ਜੋ ਉਹਨਾਂ ਦੀਆਂ ਪੌਦਿਆਂ ਦੀਆਂ ਜੜ੍ਹਾਂ ਨੇ, ਉਹ ਇਹ ਪੋਸ਼ਕ ਤੱਤ ਦੁਬਾਰਾ ਸੋਖ ਲੈਂਦੇ ਆ ਤੇ ਉਹਨਾਂ ਨੂੰ ਆਪਣੇ ਦੁਬਾਰਾ ਯੂਜ਼ ਕਰ ਲੈਂਦੇ ਆ, ਇਸਤੇਮਾਲ ਕਰ ਲੈਂਦੇ ਆ। ਕਿਉਂਕਿ ਉੱਪਰਲੀ ਮਿੱਟੀ ਦੀ ਸਭ ਤੋਂ ਉੱਪਰਲੀ ਕੁਝ ਸੈਂਟੀਮੀਟਰ ਮੋਟੀ ਪਰਤ ਹੀ ਪੌਦਿਆਂ ਦੇ ਵਾਧੇ ਲਈ ਸਹਾਇਕ ਹੁੰਦੀ ਹੈ। ਸੋ ਜੋ ਮਿੱਟੀ ਹੈ ਉਸਦੀ ਕੁਝ ਉੱਪਰਲੀ ਕੁਝ 1 ਸੈਂਟੀਮੀਟਰ ਦੀ ਜੋ ਪਰਤ ਹੈ ਉਹੀ ਪੌਦੇ ਯੂਜ਼ ਕਰਦੇ ਨੇ, ਪੌਦਿਆਂ ਦੇ ਕੰਮ ਆਉਂਦੀ ਹੈ। ਮਿੱਟੀ ਨੂੰ ਉਲਟਾਉਣ ਪਲਟਾਉਣ ਨਾਲ, ਕਿਉਂਕਿ ਜੋ ਬਾਰ-ਬਾਰ ਜੋ ਮਿੱਟੀ ਯੂਜ਼ ਕਰਦੇ ਨੇ ਪੌਦੇ, ਤਾਂ ਜੋ ਉਸਦੀ ਪੋਸ਼ਕ ਸ਼ਮਤਾ ਹੈ, ਜੋ ਉਸ 'ਚ ਜੋ ਪੋਸ਼ਕ ਤੱਤ ਨੇ ਉਹ ਸਮੇਂ-ਸਮੇਂ ਤੇ ਘਟਦੇ ਰਹਿੰਦੇ ਆ। ਤੇ ਜਦੋਂ ਅਸੀਂ ਉਸਨੂੰ ਉਲਟਾਉਂਦੇ ਪਲਟਾਉਂਦੇ ਆ ਤਾਂ ਜੋ ਨੀਚੇ ਵਾਲੀ ਮਿੱਟੀ ਉੱਪਰ ਆ ਜਾਂਦੀ ਹੈ ਤੇ ਉਸ ਨਾਲ ਹੁੰਦਾ ਕੀ ਹੈ, ਮਿੱਟੀ ਨੂੰ ਉਲਟਾਉਣ ਪਲਟਾਉਣ ਨਾਲ ਹੇਠਲੀ ਪੋਸ਼ਕ ਤੱਤਾਂ ਨਾਲ ਭਰਪੂਰ ਮਿੱਟੀ ਉੱਪਰ ਆ ਜਾਂਦੀ ਹੈ ਅਤੇ ਪੌਦੇ ਇਹਨਾਂ ਪੋਸ਼ਕ ਤੱਤਾਂ ਦਾ ਉਪਯੋਗ ਆਸਾਨੀ ਨਾਲ ਕਰ ਸਕਦੇ ਹਨ। ਇਸ ਲਈ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਉਲਟਾਉਣਾ ਪਲਟਾਉਣਾ ਬਹੁਤ ਜ਼ਰੂਰੀ ਹੈ। ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀਕਰਨ ਦੀ ਪ੍ਰਕਿਰਿਆ ਨੂੰ ਹਲ ਵਾਹੁਣਾ ਕਹਿੰਦੇ ਹਨ। ਅਜਿਹਾ ਕਰਨ ਲਈ ਹਲ ਦੀ ਵਰਤੋਂ ਕੀਤੀ ਜਾਂਦੀ ਹੈ। ਆ ਕੁਝ ਪਿਕਚਰਸ ਨੇ, ਕੁਝ ਫੋਟੋਗ੍ਰਾਫਸ ਨੇ, ਕੁਝ ਤਸਵੀਰਾਂ ਨੇ ਹਲ ਦੀਆਂ। ਅਜਿਹਾ ਕਰਨ ਦੀ ਲਈ ਹਲ ਦੀ ਵਰਤੋਂ ਕੀਤੀ ਜਾਂਦੀ ਹੈ। ਹਲ ਲੋਹੇ ਦਾ ਜਾਂ ਲੱਕੜ ਦਾ ਦੇ ਬਣੇ ਹੋ ਸਕਦੇ ਹਨ, ਜਾਂ ਲੋਹੇ ਦਾ ਹੋ ਸਕਦਾ, ਲੱਕੜ ਦਾ ਵੀ ਹੋ ਸਕਦਾ ਹਲ। ਜੇਕਰ ਮਿੱਟੀ ਬਹੁਤ ਖੁਸ਼ਕ ਹੋਵੇ, ਖੁਸ਼ਕ ਦਾ ਮਤਲਬ ਹੈ ਸੁੱਕੀ, ਬਿਲਕੁਲ ਜਿੱਥੇ ਪਾਣੀ ਨਾ ਹੋਵੇ ਤਾਂ ਹਲ ਵਾਹੁਣ ਤੋਂ ਪਹਿਲਾਂ ਸਿੰਚਾਈ ਦੀ ਵੀ ਜ਼ਰੂਰਤ ਪੈਂਦੀ ਹੈ। ਤਾਂ ਉਸ ਤੋਂ ਪਹਿਲਾਂ ਖੇਤ ਨੂੰ ਪਾਣੀ ਲਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਕਿ ਜੋ ਹਲ ਹੈ ਉਹ ਚੰਗੀ ਤਰ੍ਹਾਂ ਚੱਲ ਸਕੇ। ਹਲ ਵਾਹੁਣ ਦੇ ਨਤੀਜੇ ਵਜੋਂ ਖੇਤ ਵਿੱਚ ਮਿੱਟੀ ਦੇ ਟੁਕੜੇ ਜਾਂ ਢੇਲੇ ਬਣ ਜਾਂਦੇ ਹਨ। ਇਸ ਤੋਂ ਬਾਅਦ ਇਹਨਾਂ ਨੂੰ ਸੁਹਾਗੇ ਦੀ ਮਦਦ ਨਾਲ ਤੋੜਨਾ ਜ਼ਰੂਰੀ ਹੁੰਦਾ ਹੈ। ਜਦੋਂ ਹਲ ਫੇਰਿਆ ਜਾਂਦਾ ਤਾਂ ਉਸ 'ਚ ਬਹੁਤ ਆਪਾਂ ਜੋ ਪੰਜਾਬੀ ਵਿੱਚ ਕਹਿੰਦੇ ਆ ਕਿ ਟੁਕੜੇ ਡਲੇ ਹੋ ਜਾਂਦੇ ਆ ਤੇ ਉਸ ਨੂੰ ਤੋੜਨ ਵਾਸਤੇ ਫਿਰ ਸੁਹਾਗੇ ਦੀ ਮਦਦ ਲਈ ਜਾਂਦੀ ਹੈ। ਇਸ ਤੋਂ ਬਾਅਦ ਖੇਤ ਨੂੰ ਪੱਧਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਬੀਜ ਬੀਜਣਾ ਅਤੇ ਸਿੰਚਾਈ ਕਰਨਾ ਆਸਾਨ ਹੋ ਜਾਂਦਾ ਹੈ। ਸੁਹਾਗਾ, ਜਿਸ ਨੂੰ ਕਿ ਲੈਵਲਰ ਬੋਲਿਆ ਜਾਂਦਾ ਹੈ, ਦੀ ਮਦਦ ਨਾਲ ਖੇਤ ਨੂੰ ਪੱਧਰਾ ਕੀਤਾ ਜਾਂਦਾ ਹੈ। ਜੋ ਵਾਹੁਣ ਤੋਂ ਬਾਅਦ ਉਹਨੂੰ ਪੱਧਰਾ ਕਰਨ ਵਾਸਤੇ ਕੀ ਯੂਜ਼ ਹੁੰਦਾ? ਸੁਹਾਗਾ, ਜਿਹਨੂੰ ਕਿ ਆਪਾਂ ਲੈਵਲਰ ਬੋਲਦੇ ਹਾਂ। ਕਈ ਵਾਰ ਹਲ ਵਾਹੁਣ ਤੋਂ ਪਹਿਲਾਂ ਖੇਤ ਵਿੱਚ ਖਾਦ ਪਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਮਿੱਟੀ ਵਿੱਚ ਖਾਦ ਚੰਗੀ ਤਰ੍ਹਾਂ ਮਿਲ ਜਾਂਦੀ ਹੈ। ਬੀਜ ਬੀਜਣ ਤੋਂ ਪਹਿਲਾਂ ਖੇਤ ਦੀ ਸਿੰਚਾਈ ਕੀਤੀ ਜਾਂਦੀ ਹੈ। ਸੋ ਇਹ ਜੋ ਪੂਰੀ ਹੈ ਜ਼ਮੀਨ ਨੂੰ ਤਿਆਰ ਕਰਨ ਦੀ, ਮਿੱਟੀ ਨੂੰ ਤਿਆਰ ਕਰਨ ਦੀ, ਖੇਤ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਆਪਾਂ ਪੜ੍ਹ ਰਹੇ ਹਾਂ। ਸੋ ਇਸ ਦਾ ਇੱਕ ਬਹੁਤ ਹੀ ਜ਼ਰੂਰੀ ਅੰਗ ਹਲ ਵਾਹੁਣਾ। ਖੇਤੀਬਾੜੀ ਔਜ਼ਾਰ। ਇਸ ਹਲ ਵਾਹੁਣ ਦੀ ਕਿਰਿਆ 'ਚ ਕਿਸ ਤਰ੍ਹਾਂ ਦੇ ਔਜ਼ਾਰ
ਵਰਤੇ ਜਾਂਦੇ ਆ, ਉਹਦੇ ਬਾਰੇ ਪੜ੍ਹਦੇ ਆ। ਵਧੀਆ ਝਾੜ ਪ੍ਰਾਪਤ ਕਰਨ ਲਈ ਬੀਜ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਬਰੀਕ ਕਣਾਂ ਵਿੱਚ ਤੋੜਨਾ ਬਹੁਤ ਜ਼ਰੂਰੀ ਹੈ। ਅਜਿਹਾ ਬਹੁਤ ਸਾਰੇ ਖੇਤੀਬਾੜੀ ਦੇ ਔਜ਼ਾਰਾਂ ਦੁਆਰਾ ਕੀਤਾ ਜਾਂਦਾ ਹੈ। ਇਹਨਾਂ ਵਿੱਚੋਂ ਮੁੱਖ ਔਜ਼ਾਰ ਹਨ ਕਰਾਹ, ਸੁਹਾਗਾ ਅਤੇ ਕੁਦਾਲੀ, ਕਰੰਡੀ, ਹਲ। ਇਸ ਨੂੰ ਇੰਗਲਿਸ਼ ਚ ਪਲੋ ਬੋਲਾਂਗੇ, ਪਲੋ, PLOUH, ਪਲੋ। ਬਹੁਤ ਪੁਰਾਣੇ ਸਮਿਆਂ ਤੋਂ ਹਲ ਨੂੰ ਮਿੱਟੀ ਉਲਟਾਉਣ ਲਈ, ਖਾਦ ਪਾਉਣ ਲਈ, ਨਦੀਨ ਹਟਾਉਣ ਲਈ ਅਤੇ ਮਿੱਟੀ ਖੁਰਚਣ ਲਈ ਵਰਤਿਆ ਜਾਂਦਾ ਹੈ। ਇਹ ਹਲ ਲੱਕੜੀ ਦਾ ਬਣਿਆ ਹੁੰਦਾ ਹੈ ਅਤੇ ਬਲਦਾਂ ਜਾਂ ਹੋਰ ਪਸ਼ੂ ਜਿਵੇਂ ਕਿ ਘੋੜੇ ਅਤੇ ਊਠ ਆਦਿ ਨਾਲ ਖਿੱਚਿਆ ਜਾਂਦਾ ਹੈ। ਪਲੋ, ਸੋ ਇਹ ਦੇਖੋ ਤਸਵੀਰ ਆ ਤੁਹਾਡੀ ਕਿਤਾਬ ਚੋਂ ਲਿੱਤੀ ਗਈ ਹੈ, ਪਲੋ, ਠੀਕ ਹੈ। ਹੁਣ ਇਸ ਦੀ ਬਿਲਕੁਲ ਪਲੋ ਬਾਰੇ ਦੱਸਿਆ ਜਾਏਗਾ, ਹਲ ਬਾਰੇ ਦੱਸਿਆ ਜਾਏਗਾ। ਇਸ ਦਾ ਇੱਕ ਸਿਰਾ ਲੋਹੇ ਦਾ ਬਣਿਆ ਹੁੰਦਾ ਹੈ, ਜੋ ਇਹ ਸਿਰਾ ਉਹ ਲੋਹੇ ਦਾ ਬਣਿਆ ਹੁੰਦਾ ਹੈ, ਜੋ ਕਿ ਜ਼ਮੀਨ ਦੇ ਸੰਪਰਕ ਚ ਆਉਂਦਾ ਹੈ, ਜੋ ਤਿੱਖਾ ਤੇ ਮਜ਼ਬੂਤ ਹੁੰਦਾ ਹੈ। ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਤਿੱਖਾ ਤੇ ਮਜ਼ਬੂਤ ਹੈ। ਇਸ ਨੂੰ ਫਲਾ ਆਖਦੇ ਹਨ। ਇਸ ਦਾ ਮੁੱਖ ਹਿੱਸਾ ਲੰਬੀ ਲੱਕੜ ਦਾ ਬਣਿਆ ਹੁੰਦਾ ਹੈ, ਜੋ ਇਹ ਮੁੱਖ ਹਿੱਸਾ ਦੇਖੋ ਇਹ ਲੱਕੜੀ ਦਾ ਬਣਿਆ ਹੋਇਆ, ਜਿਸ ਨੂੰ ਪੰਜਾਲੀ ਆਖਦੇ ਹਨ। ਇਸ ਦੇ ਇੱਕ ਸਿਰੇ ਦੇ ਅੰਤ ਤੇ ਹੱਥੀ ਹੁੰਦੀ ਹੈ ਅਤੇ ਦੂਜਾ ਸਿਰਾ ਬੀਮ ਨਾਲ ਜੁੜਿਆ ਹੁੰਦਾ ਹੈ, ਇਸ ਨੂੰ ਬੀਮ ਆਖਦੇ ਆ, ਠੀਕ ਹੈ, ਜੋ ਬਲਦਾਂ ਦੀ ਗਰਦਨ ਤੇ ਰੱਖੀ ਜਾਂਦੀ ਹੈ। ਜੋ ਬਲਦਾਂ ਦੀ ਆਦੋ ਬਲਦ ਨੇ ਦੇਖੋ, ਇਹਨਾਂ ਦੀ ਗਰਦਨ ਤੇ ਬੀਮ ਰੱਖੀ ਗਈ ਹੈ। ਇੱਕ ਜੋੜਾ ਬਲਦਾਂ ਦਾ, ਜੋੜਾ ਮਤਲਬ ਦੋ ਬਲਦ, ਅਤੇ ਇੱਕ ਆਦਮੀ ਆਸਾਨੀ ਨਾਲ ਹਲ ਚਲਾ ਸਕਦੇ ਹਨ। ਇਹ ਦੋ ਬਲਦ ਨੇ ਤੇ ਇੱਕ ਇਨਸਾਨ ਜੋ ਇਹਨਾਂ ਨੂੰ ਕੰਟਰੋਲ ਕਰ ਰਿਹਾ, ਜੋ ਇਹਨਾਂ ਨੂੰ ਇੱਧਰ ਉੱਧਰ ਮੋੜ ਰਿਹਾ ਖੇਤ ਦੇ ਵਿੱਚ। ਸੋ ਇਹ ਤਿੰਨੋਂ ਮਿਲ ਕੇ ਹਲ ਚਲਾ ਸਕਦੇ। ਇਹ ਦੂਜਾ ਔਜ਼ਾਰ ਹੈ ਕਰੰਡੀ, ਇਹਦੀ ਫੋਟੋ ਤੁਹਾਡੇ ਸਾਹਮਣੇ ਬਣੀ ਹੈ। ਇਹ ਹੈ ਹਲ ਹੀ ਹੈ ਲੇਕਿਨ ਇਹ ਛੋਟੀ ਹੁੰਦੀ ਹੈ ਉਸ ਤੋਂ, ਸੋ ਇਸ ਨੂੰ ਕਰੰਡੀ ਕਿਹਾ ਜਾਂਦਾ ਹੈ ਤੇ ਇਹਨੂੰ ਇੰਗਲਿਸ਼ ਚ ਬੋਲਾਂਗੇ ਹੋ, HOE, ਹੋ। ਇਹ ਇੱਕ ਅਜਿਹਾ ਔਜ਼ਾਰ ਹੈ ਜੋ ਨਦੀਨ ਹਟਾਉਣ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ। ਇਹ ਇੱਕ ਲੰਮੀ ਲੱਕੜੀ ਦੀ ਜਾਂ ਲੋਹੇ ਦੀ ਛੜ ਹੁੰਦੀ ਹੈ। ਇਹ ਲੱਕੜੀ ਦੀ ਵੀ ਹੋ ਸਕਦੀ ਹੈ ਤੇ ਲੋਹੇ ਦੀ ਵੀ ਹੋ ਸਕਦੀ ਹੈ। ਇਸ ਛੜ ਦੇ ਇੱਕ ਸਿਰੇ ਤੇ ਮਜ਼ਬੂਤ, ਚੌੜੀ ਅਤੇ ਮੁੜੀ ਹੋਈ ਲੋਹੇ ਦੀ ਪਲੇਟ ਫਿੱਟ ਹੁੰਦੀ ਹੈ। ਸੋ ਇਹ ਪਲੇਟ ਹੈ ਲੋਹੇ ਦੀ, ਤਿੱਖੀ ਹੈ, ਮਜ਼ਬੂਤ, ਇਹ ਫਿੱਟ ਹੈ ਅਤੇ ਇਹ ਬਲੇਡ ਦੀ ਤਰ੍ਹਾਂ ਕੰਮ ਕਰਦੀ ਹੈ। ਇਹ ਵੀ ਪਸ਼ੂਆਂ ਦੁਆਰਾ ਖਿੱਚੀ ਜਾਂਦੀ ਹੈ। ਸੋ ਇਸ ਨੂੰ ਵੀ ਪਸ਼ੂ ਖਿੱਚਦੇ ਆ। ਇਹ ਹੈ ਹਲ ਹੀ ਹੈ ਲੇਕਿਨ ਉਸ ਤੋਂ ਥੋੜੀ ਛੋਟੀ ਹੈ, ਠੀਕ ਹੈ। ਤੇ ਤੀਜਾ ਜੋ ਇੰਸਟਰੂਮੈਂਟ ਹੈ, ਜੋ ਔਜ਼ਾਰ ਹੈ ਜੋ ਵਰਤਿਆ ਜਾਂਦਾ, ਉਹ ਕਰਾਹ, ਕਲਟੀਵੇਟਰ। ਅੱਜ ਕੱਲ੍ਹ ਟਰੈਕਟਰ ਨਾਲ ਚੱਲਣ ਵਾਲੇ ਕਲਟੀਵੇਟਰ ਦੀ ਸਹਾਇਤਾ, ਇਹ ਕਲਟੀਵੇਟਰ ਹੈ ਪਿੱਛੇ ਲੱਗਿਆ ਦੇਖੋ, ਨਾਲ ਹਲ ਵਾਹਿਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਖਰਚ ਅਤੇ ਸਮੇਂ ਦੀ ਬਚਤ ਹੁੰਦੀ ਹੈ, ਕਿਉਂਕਿ ਇਹ ਮੈਕਨਾਈਜ਼ਡ ਹੈ, ਇਹ ਮਸ਼ੀਨੀ ਹੈ, ਇਹ ਕੰਮ ਜਲਦੀ ਕਰ ਦਿੰਦਾ ਹੈ ਤੇ ਇਸ ਕਰਕੇ ਸਮੇਂ ਦੀ ਅਤੇ ਪੈਸੇ ਦੀ ਜੋ ਖਰਚ ਦੀ ਬਚਤ ਹੁੰਦੀ ਹੈ। ਸੋ ਇਹ ਦੇਖੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ, ਇਹ ਜੋ ਕਿਸਾਨ ਹੈ ਇਹ ਬਹੁਤ ਹੀ ਛੋਟੇ ਔਜ਼ਾਰ ਕਹੀ ਨਾਲ ਆਪਣੇ ਖੇਤ ਨੂੰ ਤਿਆਰ ਕਰ ਰਿਹਾ ਬਿਜਾਈ ਵਾਸਤੇ। ਇਹ ਜੋ ਦੂਜਾ ਕਿਸਾਨ ਹੈ ਇਹ ਪਸ਼ੂਆਂ ਦੀ ਮਦਦ ਨਾਲ ਤਿਆਰ ਕਰ ਰਿਹਾ ਖੇਤ ਨੂੰ। ਜੋ ਇਹ ਤੀਸਰਾ ਕਿਸਾਨ ਹੈ ਇਹ ਟਰੈਕਟਰ ਨਾਲ ਤੇ ਕਲਟੀਵੇਟਰ ਨਾਲ ਆਪਣੇ ਖੇਤ ਨੂੰ ਤਿਆਰ ਕਰ ਰਿਹਾ। ਸੋ ਇਹ ਤਿੰਨੋਂ ਪੱਧਤੀਆਂ ਅੱਜ ਕੱਲ੍ਹ ਦੀ ਖੇਤੀਬਾੜੀ ਉਹ ਟਰੈਕਟਰ ਨਾਲ ਜ਼ਿਆਦਾ ਹੁੰਦੀ ਹੈ, ਪਰੰਤੂ ਇਹ ਜੋ ਦੋ ਪੱਧਤੀਆਂ ਨੇ ਜੋ ਹੱਥ ਨਾਲ, ਤੇ ਇਹ ਵੀ ਬਹੁਤ ਮਹੱਤਵਪੂਰਨ ਨੇ। ਤੇ ਆਓ ਅੱਗੇ ਵਧੀਏ। ਤੇ ਜਦੋਂ ਫਸਲ ਜੋ ਹੈ, ਜੋ ਖੇਤ ਹੈ, ਜੋ ਸੋਇਲ ਹੈ, ਜੋ ਮਿੱਟੀ ਹੈ ਉਹ ਤਿਆਰ ਹੋ ਗਈ ਹੈ, ਤਾਂ ਉਸ ਤੋਂ ਅਗਲਾ ਕੰਮ, ਜੋ ਅਗਲੀ ਕਿਰਿਆ ਹੈ ਉਹ ਹੈ ਬਿਜਾਈ। ਬਿਜਾਈ ਫਸਲ ਉਤਪਾਦਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਬੀਜਣ ਤੋਂ ਪਹਿਲਾਂ ਵਧੀਆ ਕਿਸਮ ਦੇ ਬੀਜਾਂ ਦੀ ਚੋਣ ਕੀਤੀ ਜਾਂਦੀ ਹੈ। ਉੱਤਮ ਕਿਸਮ ਦੇ ਸਾਫ਼ ਅਤੇ ਸਿਹਤਮੰਦ ਬੀਜ ਹੀ ਵਧੀਆ ਹੁੰਦੇ ਹਨ। ਜੋ ਸਾਫ਼ ਉੱਤਮ ਕੁਆਲਿਟੀ ਦੇ ਬੀਜ ਨੇ ਉਹਨਾਂ ਤੋਂ ਹੀ ਅੱਛਾ ਪੌਦਾ ਬਣੇਗਾ ਤੇ ਅੱਛੇ ਪੌਦੇ ਤੋਂ ਹੀ ਅੱਛੀ ਫਸਲ ਆਪਾਂ ਲੈ ਸਕਦੇ ਹਾਂ, ਅੱਛੀ ਪੈਦਾਵਾਰ ਲੈ ਸਕਦੇ ਹਾਂ। ਸੋ ਜੋ ਬੀਜ ਦੀ ਸਿਲੈਕਸ਼ਨ ਹੈ, ਬੀਜ ਦੀ ਜੋ ਤੁਸੀਂ ਚੋਣ ਹੈ, ਉਹ ਬਹੁਤ ਹੀ ਧਿਆਨ ਨਾਲ ਕਿਸਾਨ ਕਰਦਾ ਹੈ। ਕਿਸਾਨ ਉਹਨਾਂ ਬੀਜਾਂ ਨੂੰ ਪਹਿਲ ਦਿੰਦੇ ਹਨ ਜੋ ਵਧੀਆ ਝਾੜ ਦਿੰਦੇ ਹਨ। ਸੋ ਇਹ ਤਾਂ ਬਿਲਕੁਲ ਸਹੀ ਹੈ, ਉਸੀ ਬੀਜ ਨੂੰ ਜੋ ਪਹਿਲ ਦਿੱਤੀ ਜਾਏਗੀ ਜਿਸ ਦਾ ਝਾੜ ਬਹੁਤ ਅੱਛਾ ਹੈ। ਬੀਜਾਂ ਦੀ ਚੋਣ, ਆ ਦੇਖੋ ਜੋ ਲੜਕੀ ਹੈ, ਜੋ ਪਹੇਲੀ ਹੈ,
ਹੁਣ ਇਹ ਸੁਣ ਕੇ ਉਹਦੇ ਮਨ 'ਚ ਇੱਕ ਸਵਾਲ ਆਇਆ। ਉਸਨੇ ਇੱਕ ਐਸੀ ਘਟਨਾ ਦੇਖੀ ਜਿਸ ਨੂੰ ਦੇਖ ਕੇ ਉਹਦੇ ਮਨ 'ਚ ਇੱਕ ਸਵਾਲ ਆਇਆ। ਇੱਕ ਦਿਨ ਪਹੇਲੀ ਨੇ ਕੀ ਵੇਖਿਆ ਕਿ ਮੇਰੇ ਮਾਤਾ ਜੀ ਛੋਲਿਆਂ ਦੇ ਕੁਝ ਬੀਜ ਇੱਕ ਬਰਤਨ ਵਿੱਚ ਪਾ ਕੇ ਉੱਪਰ ਪਾਣੀ ਪਾ ਰਹੇ ਸਨ। ਕੁਝ ਮਿੰਟਾਂ ਬਾਅਦ ਹੀ ਕੁਝ ਬੀਜ ਪਾਣੀ ਉੱਪਰ ਤੈਰਨ ਲੱਗੇ। ਮੈਨੂੰ ਹੈਰਾਨੀ ਹੋਈ ਕਿ ਕੁਝ ਬੀਜ ਤੈਰਨ ਕਿਉਂ ਲੱਗ ਪਏ। ਸੋ ਇਹ ਦੇਖਣ ਨਾਲ ਉਹ ਹੈਰਾਨ ਹੋਈ ਤੇ ਉਹਦੇ ਮਨ 'ਚ ਸਵਾਲ ਆਇਆ ਕਿ ਇਹ ਏਦਾਂ ਕਿਉਂ ਹੋਇਆ। ਸੋ ਇਹ ਦੇਖੋ, ਤੁਹਾਨੂੰ ਕਰਕੇ ਵੀ ਦਿਖਾਇਆ ਗਿਆ ਇੱਥੇ। ਇਹ ਗਲਾਸ ਵਿੱਚ ਕੁਝ ਬੀਜ ਪਾਏ ਗਏ, ਕੁਝ ਬੀਜ ਨੀਚੇ ਬੈਠ ਗਏ ਨੇ, ਜੋ ਭਾਰੀ ਆ ਉਹ ਨੀਚੇ ਬੈਠ ਗਏ ਨੇ, ਜੋ ਹਲਕੇ ਬੀਜ ਨੇ ਉਹ ਪਾਣੀ ਵਿੱਚ ਤੈਰਨ ਲੱਗੇ। ਸੋ ਇਹ ਇੱਕ ਐਕਸਰਸਾਈਜ਼ ਵੀ ਹੈ, ਇਹ ਕਿਰਿਆ ਵੀ ਹੈ। ਤੁਸੀਂ ਜਦੋਂ ਇਹ ਆਪਾਂ ਅੱਗੇ ਕਰਾਂਗੇ। ਇੱਕ ਦਿਨ ਮੈਂ ਵੇਖਿਆ ਕਿ ਮੇਰੇ ਮਾਤਾ ਜੀ ਇਹੀ ਜੋ, ਕਿਉਂਕਿ ਇਸ ਦੀ ਜੋ ਟੈਕਸਟ ਹੈ, ਜੋ ਅਕਸ਼ਰ ਹੈ ਕਾਫੀ ਛੋਟੇ ਨੇ, ਇਹੀ ਚੀਜ਼ ਤੁਹਾਡੇ ਵਾਸਤੇ ਇੱਥੇ 'ਚ ਲਿਖੀ ਗਈ ਹੈ। ਠੀਕ ਹੈ। ਇੱਕ ਦਿਨ ਮੈਂ ਵੇਖਿਆ ਕਿ ਮੇਰੀ ਮਾਤਾ ਜੀ ਛੋਲਿਆਂ ਦੀ ਕੁਝ ਬੀਜ ਇੱਕ ਬਰਤਨ ਵਿੱਚ ਪਾ ਕੇ ਉੱਪਰ ਪਾਣੀ ਪਾ ਰਹੇ ਸਨ। ਕੁਝ ਮਿੰਟਾਂ ਬਾਅਦ ਹੀ ਕੁਝ ਬੀਜ ਪਾਣੀ ਉੱਪਰ ਤੈਰਨ ਲੱਗ ਪਏ। ਮੈਨੂੰ ਹੈਰਾਨੀ ਹੋਈ ਕਿ ਕੁਝ ਬੀਜ ਤੈਰਨ ਕਿਉਂ ਲੱਗ ਪਏ। ਕਿਰਿਆ, ਇਹ ਜੋ ਕਿਰਿਆ ਐਕਸਪੈਰੀਮੈਂਟ ਹੈ, ਤੁਸੀਂ ਕਰਕੇ ਦੇਖਣਾ। ਇੱਕ ਬੀਕਰ ਲਓ, ਬੀਕਰ ਲੈ ਸਕਦੇ ਹੋ, ਗਲਾਸ ਲੈ ਸਕਦੇ ਹੋ, ਕੋਈ ਵੀ ਤੁਸੀਂ ਬਰਤਨ ਲੈ ਸਕਦੇ ਹੋ। ਇੱਕ ਬੀਕਰ ਲਓ ਅਤੇ ਅੱਧ ਤੱਕ ਪਾਣੀ ਨਾਲ ਭਰੋ, ਜਿਵੇਂ ਕਿ ਆਹ ਦੇਖੋ ਭਰਿਆ ਹੋਇਆ। ਹੁਣ ਮੁੱਠੀ ਕੁ ਕਣਕ ਦੇ ਬੀਜ ਬੀਕਰ ਵਿੱਚ ਪਾਓ ਅਤੇ ਹਿਲਾਓ। ਕੁਝ ਸਮਾਂ ਇੰਤਜ਼ਾਰ ਕਰੋ। ਕੀ ਕੁਝ ਬੀਜ ਅਜਿਹੇ ਹਨ ਜੋ ਪਾਣੀ ਉੱਪਰ ਤੈਰਨ ਲੱਗ ਪਏ ਹਨ? ਖਰਾਬ ਬੀਜ ਅੰਦਰੋਂ ਖੋਖਲੇ ਅਤੇ ਹੋਣ ਕਰਕੇ ਹਲਕੇ ਹੋ ਜਾਂਦੇ ਹਨ। ਜੋ ਖਰਾਬ ਬੀਜ ਹੁੰਦੇ ਆ ਅੰਦਰੋਂ ਖੋਖਲੇ ਹੋਣ ਕਰਕੇ ਹਲਕੇ ਹੁੰਦੇ ਨੇ, ਇਸ ਲਈ ਪਾਣੀ ਉੱਪਰ ਤੈਰਨ ਲੱਗ ਜਾਂਦੇ ਹਨ। ਜੋ ਖੋਖਲਾ ਬੀਜ ਹੈ ਉਹ ਕਦੀ ਵੀ ਉੱਗ ਨਹੀਂ ਸਕਦਾ, ਉਸ ਤੋਂ ਪੌਦਾ ਨਹੀਂ ਬਣ ਸਕਦਾ, ਇਸ ਕਰਕੇ ਉਸਨੂੰ ਬੀਜਣਾ ਜੋ ਹੈ ਉਹ ਸਹੀ ਨਹੀਂ ਹੈ। ਵਧੀਆ ਅਤੇ ਸਿਹਤਮੰਦ ਬੀਜਾਂ ਨੂੰ ਖਰਾਬ ਬੀਜਾਂ ਨਾਲੋਂ ਵੱਖ ਕਰਨ ਦਾ ਇਹ ਇੱਕ ਵਧੀਆ ਤਰੀਕਾ ਹੈ। ਬਿਜਾਈ ਤੋਂ ਪਹਿਲਾਂ ਇਹ ਜਾਣਨਾ ਬਹੁਤ ਹੀ ਮਹੱਤਵਪੂਰਨ ਹੈ। ਬਿਜਾਈ ਤੋਂ ਪਹਿਲਾਂ ਇਹ ਜਾਣਨਾ ਬਹੁਤ ਹੀ ਮਹੱਤਵਪੂਰਨ ਹੈ ਕਿ ਬਿਜਾਈ ਕਰਨ ਲਈ ਕਿਹੜੇ-ਕਿਹੜੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ। ਤੇ ਹੁਣ ਆਪਾਂ ਅੱਗੇ ਦੇਖਦੇ ਹਾਂ ਪਰੰਪਰਾਗਤ ਔਜ਼ਾਰ, ਟ੍ਰੈਡੀਸ਼ਨਲ ਟੂਲਸ, ਜੋ ਪੁਰਾਣੇ ਸਮਿਆਂ ਤੋਂ ਜਿਨ੍ਹਾਂ ਦੀ ਪਰੰਪਰਾ ਚੱਲ ਰਹੀ ਹੈ ਕਿ ਖੇਤੀ ਵਿੱਚ ਔਜ਼ਾਰ ਵਰਤੇ ਜਾਂਦੇ ਆ, ਉਹਨਾਂ ਨੂੰ ਪਰੰਪਰਾਗਤ ਔਜ਼ਾਰ ਆਖਿਆ ਜਾਂਦਾ ਹੈ। ਇੰਗਲਿਸ਼ ਇਹਨੂੰ ਬੋਲਾਂਗੇ ਟ੍ਰੈਡੀਸ਼ਨਲ ਟੂਲਸ। ਪਰੰਪਰਾਗਤ ਢੰਗ ਨਾਲ ਬੀਜਾਂ ਦੀ ਬਿਜਾਈ ਕਰਨ ਲਈ ਵਰਤਿਆ ਜਾਣ ਵਾਲਾ ਔਜ਼ਾਰ ਕੀਪ ਦੇ ਆਕਾਰ ਦੀ ਪੋਰ ਹੁੰਦੀ ਹੈ। ਤੁਸੀਂ ਆਹ ਦੇਖਦੇ ਹੋ, ਕੀਪ ਲੱਗੀ ਹੈ, ਆਹ ਪੋਰ ਹੈ। ਬੀਜਾਂ ਨੂੰ ਪੋਰ ਅੰਦਰ ਪਾਉਣ ਤੇ ਇਹ 2 ਜਾਂ 3 ਨੋਕੀਲੇ ਸਿਰਿਆਂ ਵਾਲੇ ਪਾਈਪਾਂ ਵਿੱਚੋਂ ਲੰਘਦੇ ਹਨ। ਇਹ ਸਿਰੇ ਮਿੱਟੀ ਨੂੰ ਪੁੱਟ ਕੇ ਉਸ ਵਿੱਚ ਬੀਜ ਨੂੰ ਸਥਾਪਿਤ ਕਰ ਦਿੰਦੇ ਹਨ। ਠੀਕ ਹੈ। ਸੋ ਇਹ ਔਜ਼ਾਰ ਹੈ, ਇਹ ਬੀਜ ਬੀਜਣ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਤੇ ਇਹਨੂੰ ਵੀ ਦੇਖੋ 2 ਬਲਦ ਜੋ ਹੈ ਖਿੱਚ ਰਹੇ ਨੇ। ਤੇ ਹੁਣ ਇਹ ਪਰੰਪਰਾਗਤ ਪੁਰਾਣੇ ਸਮੇਂ ਦਾ ਔਜ਼ਾਰ ਹੈ। ਤੇ ਹੁਣ ਅੱਗੇ ਆਪਾਂ ਦੇਖਾਂਗੇ ਨਵੇਂ ਸਮੇਂ ਦਾ ਜੋ ਔਜ਼ਾਰ ਹੈ, ਇਸ ਨੂੰ ਬੀਜ ਡਰਿਲ, ਸੀਡ ਡਰਿਲ ਕਿਹਾ ਜਾਂਦਾ ਹੈ, ਬੀਜ ਪੋਰ ਵੀ ਕਿਹਾ ਜਾਂਦਾ ਇਸ ਨੂੰ। ਅੱਜ ਕੱਲ੍ਹ ਬਿਜਾਈ ਕਰਨ ਲਈ ਟਰੈਕਟਰ ਦੀ ਮਦਦ ਨਾਲ ਚੱਲਣ ਵਾਲੇ ਬੀਜ ਡਰਿਲ ਦਾ ਉਪਯੋਗ ਕੀਤਾ ਜਾਂਦਾ ਹੈ, ਕਿਉਂਕਿ ਅੱਜ ਕੱਲ੍ਹ ਜੋ ਖੇਤੀਬਾੜੀ ਹੈ ਕਾਫੀ ਮੈਕਨਾਈਜ਼ਡ ਹੋ ਗਈ ਹੈ, ਮਸ਼ੀਨੀ ਹੋ ਗਈ ਹੈ। ਤਾਂ ਜੋ ਬਿਜਾਈ ਵੀ ਹੈ ਟਰੈਕਟਰ ਦੇ ਮਦਦ ਨਾਲ ਕੀਤੀ ਜਾਣ ਲੱਗੀ ਹੈ। ਇਹ ਬੀਜ ਨੂੰ ਮਿੱਟੀ ਵਿੱਚ ਸਹੀ ਡੂੰਘਾਈ ਤੇ ਸਹੀ ਦੂਰੀ ਤੇ ਇਕਸਾਰ ਬੀਜਦਾ ਹੈ। ਇਸ ਨਾਲ ਬੀਜ ਨਾਲ ਦੀ ਨਾਲ ਮਿੱਟੀ ਨਾਲ ਢਕੇ ਵੀ ਜਾਂਦੇ ਹਨ। ਇਸ ਤਰ੍ਹਾਂ ਪੰਛੀਆਂ ਦੁਆਰਾ ਨੁਕਸਾਨ ਹੋਣ ਤੋਂ ਬਚ ਜਾਂਦਾ ਹੈ। ਇਸ ਤਰ੍ਹਾਂ ਬੀਜ ਡਰਿਲ ਦੁਆਰਾ ਸਮੇਂ ਅਤੇ ਖਰਚ ਦੋਨਾਂ ਦੀ ਬਚਤ ਹੋ ਜਾਂਦੀ ਹੈ। ਸੋ ਇਹ ਜੋ ਡਰਿਲ ਹੈ, ਇਹ ਬੀਜ ਹੈ ਉਸਨੂੰ ਧਰਤੀ ਵਿੱਚ ਸਥਾਪਿਤ ਕਰਨ ਤੋਂ ਬਾਅਦ ਉਸ ਉੱਪਰ ਮਿੱਟੀ ਪਾ ਦਿੰਦੀ ਹੈ। ਮਿੱਟੀ ਪੈ ਜਾਂਦੀ ਹੈ ਤਾਂ ਪੰਛੀਆਂ ਦੁਆਰਾ ਨੁਕਸਾਨ ਹੋਣ ਦਾ ਜੋ ਪੰਛੀ ਜੋ ਨੁਕਸਾਨ ਕਰਦੇ ਹੈ, ਬੀਜ ਖਾ ਜਾਂਦੇ ਹੈ, ਉਹ ਬਿਲਕੁਲ ਨਹੀਂ ਹੁੰਦਾ। ਇਸ ਕਰਕੇ ਸਮੇਂ ਅਤੇ ਖਰਚ ਦੋਹਾਂ ਦੀ ਇਸ ਨਾਲ ਬਚਤ ਹੁੰਦੀ ਹੈ। ਪੌਦਿਆਂ ਨੂੰ ਬਹੁਤ ਸੰਘਣੇ ਹੋਣ ਤੋਂ ਰੋਕਣ ਲਈ ਬੀਜਾਂ ਵਿੱਚ ਲੋੜੀਂਦੀ ਵਿੱਥ ਹੋਣਾ ਬਹੁਤ ਮਹੱਤਵਪੂਰਨ ਹੈ। ਹੁਣ ਇਹ ਵੀ ਕੁਐਸਚਨ ਬਣਦਾ ਹੈ ਕਿ ਪੌਦਿਆਂ ਵਿੱਚ ਜੋ ਵਿੱਥ ਹੈ ਉਹ ਕਿਉਂ ਰੱਖੀ ਜਾਂਦੀ ਹੈ, ਉਹ ਕਿਉਂ ਬਹੁਤ ਹੀ ਜ਼ਰੂਰੀ ਹੈ। ਉਹ ਕਿਉਂ ਜ਼ਰੂਰੀ ਹੈ? ਉਹ ਇਸ ਤਰ੍ਹਾਂ ਪੌਦਿਆਂ ਨੂੰ ਸੂਰਜ ਦਾ ਪ੍ਰਕਾਸ਼, ਪੋਸ਼ਕ ਤੱਤ ਅਤੇ ਪਾਣੀ ਭਰਪੂਰ ਮਾਤਰਾ ਵਿੱਚ ਪ੍ਰਾਪਤ ਹੁੰਦਾ ਹੈ। ਜਦੋਂ ਉਹਨਾਂ ਨੂੰ ਇਹ ਤਿੰਨੋਂ ਚੀਜ਼ਾਂ ਅੱਛੀਆਂ ਮਿਲਣਗੀਆਂ ਤਾਂ ਉਹ ਅੱਛੇ ਤਰੀਕੇ ਨਾਲ ਵਧਣਗੇ, ਫੁੱਲਣਗੇ ਤੇ ਜੋ ਫਸਲ ਹੈ ਅੱਛੀ ਹੋਏਗੀ, ਜੋ ਉਪਜ ਹੈ, ਜੋ ਝਾੜ ਹੈ ਉਹ ਵੀ ਫਿਰ ਅੱਛਾ ਹੋਏਗਾ। ਜ਼ਿਆਦਾ ਸੰਘਣੇਪਨ ਨੂੰ ਰੋਕਣ ਲਈ ਕਈ ਵਾਰ ਕੁਝ ਪੌਦਿਆਂ ਨੂੰ ਪੁੱਟ ਕੇ ਕੱਢ ਦਿੱਤਾ ਜਾਂਦਾ ਹੈ। ਸੋ
ਇਹ ਵੀ ਇੱਕ ਕਿਰਿਆ ਹੈ। ਜੇ ਕਿਸੇ ਕਾਰਨ ਪੌਦੇ ਜ਼ਿਆਦਾ ਸੰਘਣੇ ਆ ਤਾਂ ਉਹਨਾਂ ਨੂੰ, ਕੁਝ ਪੌਦਿਆਂ ਨੂੰ ਪਹਿਲਾਂ ਹੀ ਜੋ ਮਤਲਬ ਉਹਨੂੰ ਕੱਢ ਦਿੱਤਾ ਜਾਂਦਾ ਹੈ, ਤਾਂ ਕਿ ਜੋ ਬਚੇ ਹੋਏ ਪੌਦੇ ਆ ਉਹ ਬਹੁਤ ਹੀ ਤੰਦਰੁਸਤ, ਸਿਹਤਮੰਦ ਹੋਣ ਅਤੇ ਚੰਗਾ ਝਾੜ ਦੇਣ। ਤੇ ਇਸ ਤੋਂ ਬਾਅਦ ਫਿਰ ਉਹੀ ਬੱਚੇ, ਉਹਨਾਂ ਦੇ ਮਨ 'ਚ ਫਿਰ ਕੁਝ ਸਵਾਲ, ਕੁਝ ਗੱਲਾਂ ਆ ਰਹੀਆਂ ਨੇ, ਆਓ ਉਹਨਾਂ ਨੂੰ ਪੜ੍ਹਦੇ ਹਾਂ। ਮੇਰੇ ਸਕੂਲ ਦੇ ਨੇੜੇ ਇੱਕ ਨਰਸਰੀ ਹੈ। ਮੇਰੇ ਸਕੂਲ ਦੇ ਨੇੜੇ ਇੱਕ ਨਰਸਰੀ ਹੈ। ਮੈਂ ਵੇਖਿਆ ਉੱਥੇ ਛੋਟੇ-ਛੋਟੇ ਪੌਦੇ ਥੈਲੀਆਂ ਵਿੱਚ ਪਾ ਕੇ ਰੱਖੇ ਹੋਏ ਹਨ, ਪਤਾ ਨਹੀਂ ਕਿਉਂ। ਹੁਣ ਜਦੋਂ ਉਸਨੇ, ਜੋ ਬੂਜੋ ਹੈ, ਉਸਨੇ ਪੌਦੇ ਮਿੱਟੀ ਵਿੱਚ ਤਾਂ ਲੱਗੇ ਦੇਖੇ ਨੇ, ਪਰ ਜਦ ਨਰਸਰੀ ਦੇ ਕੋਲ ਦੀ ਲੰਘਿਆ ਤਾਂ ਉਸਨੇ ਦੇਖਿਆ ਕਿ ਪੌਦਿਆਂ ਨੂੰ ਲਿਫਾਫੇ ਵਿੱਚ ਜਾਂ ਛੋਟੀ-ਛੋਟੀ ਪੋਲੀਥੀਨ ਦੀਆਂ ਥੈਲੀਆਂ ਵਿੱਚ ਪਾ ਕੇ ਕਿਉਂ ਰੱਖਿਆ ਹੋਇਆ। ਤਾਂ ਉਹਦੇ ਮਨ 'ਚ ਸਵਾਲ ਆਇਆ। ਆਹ ਦੇਖੋ, ਤੁਸੀਂ ਜੇ ਨਰਸਰੀ ਵਿੱਚ ਜਾਓ ਤਾਂ ਤੁਸੀਂ ਦੇਖੋਗੇ ਕਿ ਉੱਥੇ ਛੋਟੇ-ਛੋਟੇ ਪੌਦੇ ਜੋ ਪੋਲੀਥੀਨ ਜੋ ਦੇ ਲਿਫਾਫੇ ਆ, ਜੋ ਥੈਲੀਆਂ ਨੇ, ਉਹਨਾਂ ਵਿੱਚ ਪਾ ਕੇ ਤੁਹਾਨੂੰ ਉਗਦੇ ਦਿਖਣਗੇ। ਸੋ ਕੁਝ ਫਸਲਾਂ ਦੇ ਬੀਜ ਜਿਵੇਂ ਕਿ ਚਾਵਲ, ਹੁਣ ਜੋ ਆਪਣੇ ਇਹਦਾ ਕੀ ਨਾਂ ਲੜਕੀ ਦਾ ਪਹੇਲੀ ਹੈ, ਉਹ ਬੂਝਣ ਨੂੰ ਦੱਸਦੀ ਹੈ ਕਿ ਕੁਝ ਫਸਲਾਂ ਦੇ ਬੀਜ ਜਿਵੇਂ ਕਿ ਚਾਵਲ, ਜਿਸਨੂੰ ਆਪਾਂ ਧਾਨ ਵੀ ਕਹਿੰਦੇ ਹਾਂ, ਪਹਿਲਾਂ ਨਰਸਰੀ ਵਿੱਚ ਉਗਾਏ ਜਾਂਦੇ ਹਨ। ਜਦੋਂ ਉਹਨਾਂ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਉੱਥੋਂ ਪੁੱਟ ਕੇ ਹੱਥਾਂ ਨਾਲ ਖੇਤ ਵਿੱਚ ਬੀਜ ਦਿੱਤਾ ਜਾਂਦਾ ਹੈ। ਕੁਝ ਜੰਗਲੀ ਅਤੇ ਫੁੱਲਦਾਰ ਪੌਦੇ ਇਸੇ ਤਰ੍ਹਾਂ ਨਰਸਰੀ ਵਿੱਚ ਹੀ ਉਗਾਏ ਜਾਂਦੇ ਹਨ। ਸੋ ਕੁਝ ਪੌਦੇ ਨੇ ਜੋ ਕੁਝ ਸਮੇਂ ਵਾਸਤੇ ਨਰਸਰੀ ਵਿੱਚ ਉਗਾਏ ਜਾਂਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਖੇਤ ਵਿੱਚ ਸਥਾਪਿਤ ਕਰ ਦਿੱਤਾ ਜਾਂਦਾ ਹੈ, ਜਿਵੇਂ ਕਿ ਚਾਵਲ, ਧਾਨ ਅਤੇ ਕੁਝ ਹੋਰ ਪੌਦੇ। ਹੁਣ ਇਸ ਤੋਂ ਅਗਲਾ ਜੋ ਕਿਰਿਆ ਹੈ, ਜੋ ਇਸ ਤੋਂ ਅਗਲੀ ਕਿਰਿਆ ਹੈ, ਉਹ ਹੈ ਖਾਦ ਪਾਉਣਾ। ਖਾਦ ਦੋ ਤਰ੍ਹਾਂ ਦੇ ਹੁੰਦੇ ਹਨ, ਦੇਸੀ ਜਾਂ ਰਸਾਇਣਿਕ। ਪੌਦਿਆਂ ਦੇ ਸਿਹਤਮੰਦ ਵਾਧੇ ਲਈ ਮਿੱਟੀ ਵਿੱਚ ਜੋ ਪਦਾਰਥ ਪੋਸ਼ਕ ਤੱਤਾਂ ਦੀ ਲੋੜ ਦੇ ਰੂਪ ਵਿੱਚ ਮਿਲਾਏ ਜਾਂਦੇ ਹਨ, ਉਹਨਾਂ ਨੂੰ ਖਾਦ ਕਿਹਾ ਜਾਂਦਾ ਹੈ। ਹੁਣ ਇਹ ਪ੍ਰਸ਼ਨ ਬਣਦਾ ਹੈ ਕਿ ਖਾਦ ਕਿਸ ਨੂੰ ਆਖਦੇ ਹਨ? ਪੌਦਿਆਂ ਨੂੰ ਦੇ ਸਿਹਤਮੰਦ ਵਾਧੇ ਲਈ ਮਿੱਟੀ ਵਿੱਚ ਜੋ ਪਦਾਰਥ ਪੋਸ਼ਕ ਤੱਤਾਂ ਦੇ ਰੂਪ ਵਿੱਚ ਮਿਲਾਏ ਜਾਂਦੇ ਹਨ, ਉਹਨਾਂ ਨੂੰ ਖਾਦ ਕਿਹਾ ਜਾਂਦਾ ਹੈ। ਤੇ ਇਸ ਦੇ ਨਾਲ ਹੀ ਦੇਖੋ, ਇਹ ਬੂਝੋ ਦੇ ਮਨ ਵਿੱਚ ਫਿਰ ਕੋਈ ਸਵਾਲ ਆਇਆ। ਮੈਂ ਇੱਕ ਖੇਤ ਵਿੱਚ ਫਸਲ ਵੇਖੀ ਜਿਸ ਦੇ ਪੌਦੇ ਬਹੁਤ ਹੀ ਸਿਹਤਮੰਦ ਸਨ, ਪਰੰਤੂ ਨਾਲ ਲੱਗਦੇ ਗੁਆਂਢੀ ਖੇਤ ਵਿੱਚ ਬਹੁਤ ਹੀ ਕਮਜ਼ੋਰ ਜਿਹੇ ਪੌਦੇ ਸਨ। ਕੁਝ ਪੌਦੇ ਦੂਜੇ ਪੌਦਿਆਂ ਦੀ ਤੁਲਨਾ ਵਿੱਚ ਬਹੁਤ ਸਿਹਤਮੰਦ ਕਿਉਂ ਹੁੰਦੇ ਹਨ? ਤੇ ਫਿਰ ਮਨ 'ਚ ਸਵਾਲ ਆ ਗਿਆ। ਸੋ ਉਹਨਾਂ ਨੂੰ ਖਾਦ ਕਿਹਾ ਜਾਂਦਾ ਹੈ। ਆਪਾਂ ਫਿਰ ਆਪਣੇ ਲੈਸਨ ਤੇ ਆਉਂਦੇ ਹਾਂ। ਸਾਨੂੰ ਪਤਾ ਹੈ ਕਿ ਮਿੱਟੀ ਫਸਲ ਨੂੰ ਪੋਸ਼ਕ ਤੱਤ ਪ੍ਰਦਾਨ ਕਰਦੀ ਹੈ। ਪੌਦਿਆਂ ਦੇ ਵਾਧੇ ਲਈ ਇੱਕ ਪੋਸ਼ਕ ਤੱਤ ਬਹੁਤ ਹੀ ਜ਼ਰੂਰੀ ਹਨ। ਜੋ ਇਹ ਪੋਸ਼ਕ ਤੱਤ ਹਨ, ਬਹੁਤ ਹੀ ਜ਼ਰੂਰੀ ਹਨ। ਕਈ ਖੇਤਰਾਂ ਵਿੱਚ ਕਿਸਾਨ ਇੱਕ ਫਸਲ ਤੋਂ ਬਾਅਦ ਦੂਜੀ ਫਸਲ ਲਗਾਤਾਰ ਬੀਜਦੇ ਰਹਿੰਦੇ ਹਨ। ਖੇਤ ਨੂੰ ਬਿਨਾਂ ਬੀਜੇ ਨਹੀਂ ਰਹਿਣ ਦਿੰਦੇ ਜਾਂ ਕੁਝ ਦੇਰ ਲਈ ਉਸਰ ਨਹੀਂ ਛੱਡਦੇ। ਕਲਪਨਾ ਕਰੋ ਕਿ ਅਜਿਹੀ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਕੀ ਹੋਵੇਗੀ। ਸੋ ਇਹ ਦੱਸਿਆ ਗਿਆ ਕਿ ਜਦੋਂ ਆਪਾਂ ਮਿੱਟੀ ਨੂੰ, ਜੋ ਖੇਤ ਨੂੰ ਲਗਾਤਾਰ ਬਾਰ-ਬਾਰ ਬੀਜਦੇ ਰਹਿੰਦੇ ਹਾਂ, ਤਾਂ ਜੋ ਪੌਦੇ ਆ ਲਗਾਤਾਰ ਉਸ ਵਿੱਚ ਪੋਸ਼ਕ ਤੱਤ ਇਸਤੇਮਾਲ ਕਰਦੇ ਰਹਿੰਦੇ ਆ, ਤਾਂ ਉਸ ਵਿੱਚ ਪੋਸ਼ਕ ਤੱਤਾਂ ਦੀ ਘਾਟ ਹੋ ਜਾਂਦੀ ਹੈ। ਸੋ ਇਸ ਬਾਰੇ ਦੱਸਿਆ ਗਿਆ। ਖੇਤ ਵਿੱਚ ਲਗਾਤਾਰ ਫਸਲਾਂ ਬੀਜਣ ਨਾਲ ਮਿੱਟੀ ਵਿੱਚ ਉਹਨਾਂ ਵਿਸ਼ੇਸ਼ ਖਾਸ ਤੱਤਾਂ ਦੀ ਕਮੀ ਹੋ ਜਾਂਦੀ ਹੈ ਜੋ ਲਗਾਤਾਰ ਬੀਜੀ ਜਾਣ ਵਾਲੀ ਫਸਲ ਨੂੰ ਚਾਹੀਦੇ ਹੁੰਦੇ ਹਨ। ਇਸ ਲਈ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ ਕਿਸਾਨ ਖੇਤ ਵਿੱਚ ਖਾਦ ਪਾਉਂਦੇ ਹਨ। ਜੋ ਉਹ ਕਮੀ ਆ ਜਾਂਦੀ ਹੈ ਖੇਤ ਵਿੱਚ ਬਾਰ-ਬਾਰ ਫਸਲ ਉਗਾਉਣ ਨਾਲ, ਉਹਦੀ ਪੂਰਤੀ ਵਾਸਤੇ ਕਿਸਾਨ ਖੇਤ ਵਿੱਚ ਖਾਦ ਪਾਉਂਦੇ ਹਨ। ਇਸ ਵਿਧੀ ਨੂੰ ਖਾਦ ਪਾਉਣਾ ਕਿਹਾ ਜਾਂਦਾ ਹੈ। ਖਾਦ ਦੀ ਕਮੀ ਕਾਰਨ ਪੌਦੇ ਕਮਜ਼ੋਰ ਹੋ ਜਾਂਦੇ ਹਨ। ਤੇ ਜੋ ਖਾਦ ਹੈ ਉਹ ਦੇਸੀ ਅਤੇ ਰਸਾਇਣਿਕ। ਇਹ ਦੇਸੀ ਖਾਦ ਦੀ ਤਸਵੀਰ ਤੁਹਾਨੂੰ ਦਿਖਾਈ ਗਈ ਹੈ। ਇਹ ਰਸਾਇਣਿਕ ਖਾਦ ਹੈ। ਤੇ ਦੇਖੋ, ਇੱਕ ਕਿਸਾਨ ਹੈ ਜੋ ਆਪਣੇ ਖੇਤ ਨੂੰ ਖਾਦ ਪਾ ਰਿਹਾ। ਸੋ ਇਹ ਤਿੰਨੋਂ ਤਸਵੀਰਾਂ ਤੁਸੀਂ ਦੇਖੋਗੇ ਤਾਂ ਜੋ ਤੁਸੀਂ ਇੱਥੇ ਪੜ੍ਹਿਆ ਜਾਂ ਅੱਗੇ ਪੜ੍ਹੋਗੇ ਤੁਹਾਡੇ ਸਮਝ 'ਚ ਆਏਗਾ। ਚਲੋ ਆਓ ਬੱਚਿਓ, ਅੱਗੇ ਵਧਦੇ ਹਾਂ। ਤਾਂ ਹੁਣ ਇੱਕ ਇੱਕ ਕਰਕੇ ਦੋਨੋਂ ਤਰ੍ਹਾਂ ਦੀਆਂ ਖਾਦਾਂ, ਦੇਸੀ ਜਿਸਨੂੰ ਰੂੜੀ ਖਾਦ ਵੀ ਕਿਹਾ ਜਾਂਦਾ ਹੈ, ਤੇ ਰਸਾਇਣਿਕ ਖਾਦ, ਇਹਦੇ ਬਾਰੇ ਪੜਾਂਗੇ। ਖਾਦਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਨੰਬਰ 1 ਰੂੜੀ ਖਾਦ, ਨੰਬਰ 2 ਰਸਾਇਣਿਕ ਖਾਦ। ਰੂੜੀ ਖਾਦ ਇਹ ਖਾਦ ਇੱਕ ਕਾਰਬਨਿਕ ਪਦਾਰਥ ਹੈ ਜੋ ਕਿ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦਾ ਅਪਘਟਨ ਤੋਂ ਪ੍ਰਾਪਤ ਹੁੰਦੀ ਹੈ। ਕਿਸਾਨ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥ, ਵੇਸਟ ਮਟੀਰੀਅਲ, ਵਿਅਰਥ ਪਦਾਰਥਾਂ ਨੂੰ ਕਿਸੇ ਖੁੱਲੀ ਥਾਂ ਤੇ ਕੋਈ ਟੋਏ ਵਿੱਚ ਸੁੱਟ ਦਿੰਦੇ ਹਨ। ਸੂਖਮ ਜੀਵ, ਮਾਈਕਰੋ ਆਰਗੇਨਿਜ਼ਮਸ, ਸੂਖਮ ਜੀਵਾਂ
ਦੁਆਰਾ ਅਪਘਟਨ ਕਿਰਿਆ ਹੁੰਦੀ ਹੈ। ਸੋ ਇਹ ਡੈਫੀਨੇਸ਼ਨ ਹੈ ਰੂੜੀ ਖਾਦ ਦੀ, ਇਹ ਤੁਸੀਂ ਪੂਰੀ ਚੰਗੀ ਤਰ੍ਹਾਂ ਯਾਦ ਕਰਨੀ ਹੈ, ਇਹ ਕੁਐਸਚਨ ਵੀ ਆਉਂਦਾ ਹੈ। ਠੀਕ ਹੈ, ਅਪਘਟਨ ਕਿਰਿਆ ਹੁੰਦੀ ਹੈ ਅਤੇ ਸਿੱਟੇ ਵਜੋਂ ਜੋ ਪਦਾਰਥ ਪ੍ਰਾਪਤ ਹੁੰਦਾ ਹੈ ਉਸ ਨੂੰ ਰੂੜੀ ਖਾਦ ਜਾਂ ਦੇਸੀ ਖਾਦ ਵਜੋਂ ਵਰਤ ਲਿਆ ਜਾਂਦਾ ਹੈ। ਵਰਮੀ ਕੰਪੋਸਟ ਗੰਡੋਇਆਂ ਤੋਂ ਖਾਦ ਬਾਰੇ ਤੁਸੀਂ ਸਾਰੇ 6ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ। ਸੋ ਇਹ ਤੁਸੀਂ 6ਵੀਂ ਚ ਪੜ੍ਹ ਚੁੱਕੇ ਹੋ ਕਿ ਗੰਡੋਇਆਂ ਦੁਆਰਾ ਕਿਵੇਂ ਖਾਦ ਤਿਆਰ ਕੀਤੀ ਜਾਂਦੀ ਹੈ। ਇਹ ਗੰਡੋਇਆਂ ਦੀ ਤਸਵੀਰ ਹੈ, ਇਹ ਬੈਡਸ ਨੇ ਜਿਹਦੇ ਵਿੱਚ ਇਹ ਤਿਆਰ ਕੀਤੀ ਜਾਂਦੀ ਹੈ ਤੇ ਜੋ ਫਿਨਿਸ਼ਡ ਫਾਈਨਲ ਪ੍ਰੋਡਕਟ ਹੈ ਜਦੋਂ ਇਹ ਬਣ ਜਾਂਦੀ ਹੈ ਤਾਂ ਇਸ ਤਰ੍ਹਾਂ ਦੀ ਇਹ ਦਿਖਦੀ ਹੈ। ਸੋ ਇਹ ਵਰਮੀ ਕੰਪੋਸਟ ਦੀ ਜੋ ਤਿੰਨੋਂ ਸਟੇजेस ਨੇ, ਤਿੰਨੋਂ ਪੜਾਅ ਨੇ, ਨੰਬਰ 1 ਜਦੋਂ ਗੰਡੋਏ ਐਡ ਕੀਤੇ ਗਏ ਨੇ, ਨੰਬਰ 2 ਜਦੋਂ ਇਹ ਖਾਦ ਬਣ ਰਹੀ ਹੈ ਬੈਡਸ ਦੇ ਵਿੱਚ, ਨੰਬਰ 3 ਜਦੋਂ ਇਹ ਖਾਦ ਤਿਆਰ ਹੋ ਚੁੱਕੀ ਹੈ। ਤਿੰਨੋਂ ਤਸਵੀਰਾਂ ਤੁਹਾਨੂੰ ਦਿਖਾਈਆਂ ਗਈਆਂ। ਇਸ ਦੇ ਬਾਰੇ ਤੁਸੀਂ ਆਪਣੀ 6ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ ਤੇ ਮੈਂ ਤੁਹਾਨੂੰ ਇਹੀ ਸਲਾਹ ਵੀ ਦਾਂਗਾ ਤੇ ਤੁਸੀਂ ਇਹਦੇ ਬਾਰੇ ਦੁਬਾਰਾ ਪੜ੍ਹੋ। ਠੀਕ ਹੈ, ਇਹਦੇ ਬਾਰੇ ਮਟੀਰੀਅਲ ਤੁਹਾਨੂੰ ਇੰਟਰਨੈਟ ਤੇ ਜਾਂ 6ਵੀਂ ਦੀ ਜਮਾਤ ਦੀ ਤੁਸੀਂ ਕਿਤਾਬ ਦੁਬਾਰਾ ਲੈ ਸਕਦੇ ਹੋ। ਇਹਨੂੰ ਦੁਬਾਰਾ ਪੜ੍ਹੋ, ਦੁਬਾਰਾ ਯਾਦ ਕਰੋ, ਇਹ ਬਹੁਤ ਹੀ ਜ਼ਰੂਰੀ ਹੈ। ਖੇਤੀਬਾੜੀ ਦਾ ਇਹ ਬਹੁਤ ਹੀ ਜ਼ਰੂਰੀ ਅੰਗ ਹੈ। ਚਲੋ ਅੱਗੇ ਵਧਦੇ ਹਾਂ। ਰਸਾਇਣਿਕ ਖਾਦਾਂ। ਰਸਾਇਣਿਕ ਖਾਦਾਂ ਕੁਝ ਰਸਾਇਣਿਕ ਪਦਾਰਥ ਹੁੰਦੇ ਹਨ, ਇਹ ਕੈਮੀਕਲ ਹੁੰਦੇ ਨੇ। ਰਸਾਇਣਿਕ ਮਤਲਬ ਕੈਮੀਕਲ, ਜੋ ਕਿ ਖਾਸ ਪੋਸ਼ਕ ਤੱਤ ਨਾਲ ਭਰਪੂਰ ਹੁੰਦੇ ਹਨ, ਜੋ ਕਿ ਕੁਝ ਖਾਸ ਪੋਸ਼ਕ ਤੱਤ ਜੋ ਕਿ ਪੌਦਿਆਂ ਨੂੰ ਚਾਹੀਦੇ ਨੇ ਉਸ ਨਾਲ ਭਰਪੂਰ ਹੁੰਦੇ ਹਨ। ਫਿਰ ਇਹ ਦੇਸੀ ਖਾਦ ਨਾਲੋਂ ਕਿਵੇਂ ਭਿੰਨ ਹਨ? ਜੇ ਇਹ ਵੀ ਪੋਸ਼ਕ ਤੱਤ ਦਿੰਦੇ ਆ ਤੇ ਦੇਸੀ ਖਾਦ ਵੀ ਪੋਸ਼ਕ ਤੱਤ ਦਿੰਦੀ ਹੈ ਤਾਂ ਫਿਰ ਆਪਸ 'ਚ ਅਲੱਗ ਕਿਵੇਂ ਹੈ? ਆਓ ਪੜ੍ਹਦੇ ਹਾਂ। ਰਸਾਇਣਿਕ ਖਾਦਾਂ ਫੈਕਟਰੀਆਂ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਰਸਾਇਣਿਕ ਖਾਦਾਂ ਦੀਆਂ ਕੁਝ ਉਦਾਹਰਨਾਂ ਹਨ ਯੂਰੀਆ, ਇਹਦੀ ਤਸਵੀਰ ਤੁਹਾਨੂੰ ਦਿੱਤੀ ਗਈ ਹੈ। ਯੂਰੀਆ ਇਸ ਤਰ੍ਹਾਂ ਦਿਖਦਾ ਹੈ। ਅਮੋਨੀਅਮ ਸਲਫੇਟ, ਸੁਪਰ ਫਾਸਫੇਟ, ਇਹ ਸੁਪਰ ਫਾਸਫੇਟ ਦੀ ਤੁਹਾਨੂੰ ਤਸਵੀਰ ਦਿੱਤੀ ਗਈ ਹੈ। ਪੋਟਾਸ਼ NPK, ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ, ਇਹ ਇਸ ਤਰ੍ਹਾਂ ਪੈਕਡ ਤੁਹਾਨੂੰ ਮਿਲੇਗਾ ਤੇ ਬਹੁਤ ਹੀ ਸਟਰੋਂਗ ਇਹ ਜੋ ਫਰਟੀਲਾਈਜ਼ਰਸ ਨੇ, ਰਸਾਇਣਿਕ ਖਾਦਾਂ ਨੇ ਤੇ ਇਹਨਾਂ ਦੀ ਵਰਤੋਂ ਨੇ ਫਸਲ ਜਿਵੇਂ ਕਿ ਕਣਕ, ਧਾਨ, ਮੱਕੀ ਆਦਿ ਦੇ ਵੱਧ ਝਾੜ ਪ੍ਰਾਪਤ ਕਰਨ ਵਿੱਚ ਕਿਸਾਨ ਦੀ ਬਹੁਤ ਮਦਦ ਕੀਤੀ ਹੈ। ਇਹ ਜੋ ਰਸਾਇਣਿਕ ਖਾਦਾਂ ਨੇ ਇਹਨਾਂ ਨੇ ਇਹ ਜੋ ਫਸਲਾਂ ਇੱਥੇ ਦੱਸੀਆਂ ਗਈਆਂ ਨੇ, ਕਣਕ, ਧਾਨ, ਮੱਕੀ ਵਗੈਰਾ, ਇਹਨਾਂ ਦੀ ਜੋ ਪਿਛਲੇ 20 ਜਾਂ 30 ਸਾਲਾਂ 'ਚ 40 ਸਾਲਾਂ ਵਿੱਚ ਜੋ ਝਾੜ ਹੈ, ਉਪਜ ਹੈ, ਉਹ ਬਹੁਤ ਵਧਾ ਦਿੱਤੀ ਹੈ ਅਤੇ ਕਿਸਾਨ ਦੀ ਬਹੁਤ ਮਦਦ ਕੀਤੀ ਹੈ। ਪਰੰਤੂ ਇਸ ਦੇ ਕੁਝ ਨੁਕਸਾਨ ਵੀ ਨੇ ਤੇ ਤਾਂ ਹੀ ਇਹਨਾਂ ਦੀ ਜੋ ਨਾਮ ਹੈ ਲਾਲ ਪੈਨ ਨਾਲ ਲਿਖਿਆ ਗਿਆ ਇੱਥੇ ਤੇ ਤੁਸੀਂ ਦੇਖੋ। ਪਰ ਰਸਾਇਣਿਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਨੇ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਘਟਾ ਦਿੱਤਾ ਹੈ। ਰਸਾਇਣਿਕ ਖਾਦਾਂ ਪਾਣੀ ਦੇ ਪ੍ਰਦੂਸ਼ਣ ਲਈ ਵੀ ਜ਼ਿੰਮੇਵਾਰ ਹਨ। ਪਾਣੀ ਦਾ ਪ੍ਰਦੂਸ਼ਣ ਕਿਵੇਂ ਹੁੰਦਾ ਹੈ? ਜਦੋਂ ਖੇਤ ਵਿੱਚ ਰਸਾਇਣਿਕ ਖਾਦ ਦੇ ਦਿੱਤੀ ਜਾਂਦੀ ਹੈ ਤਾਂ ਜਦੋਂ ਵੀ ਕਦੀ ਹੜ੍ਹ ਆਉਂਦਾ ਹੈ ਜਾਂ ਕੁਝ ਇਸ ਤਰ੍ਹਾਂ ਦਾ ਪਾਣੀ ਜੋ ਖੇਤ ਵਿੱਚ ਆਉਂਦਾ ਹੈ ਜਾਂ ਜੋ ਪਾਣੀ ਖੇਤ ਸੋਕ ਕੇ ਧਰਤੀ ਵਿੱਚ ਚਲਾ ਜਾਂਦਾ ਹੈ, ਉਸ ਵਿੱਚ ਵੀ ਇਹ ਜੋ ਤੱਤ ਨੇ, ਰਸਾਇਣਿਕ ਤੱਤ, ਜੋ ਕੈਮੀਕਲਸ ਨੇ, ਉਸ ਵਿੱਚ ਮਿਲ ਜਾਂਦੇ ਹੈ ਤੇ ਜੋ ਗਰਾਊਂਡ ਵਾਟਰ ਹੈ, ਜੋ ਜ਼ਮੀਨੀ ਪਾਣੀ ਹੈ ਅਤੇ ਹੜ੍ਹਾਂ ਦੇ ਨਾਲ ਜੋ ਦੂਸਰਾ ਪਾਣੀ ਹੈ ਨਦੀਆਂ ਨਾਲਿਆਂ ਦਾ, ਉਹ ਜੋ ਹੈ ਉਹ ਦੂਸ਼ਿਤ ਹੋ ਜਾਂਦਾ ਹੈ, ਪ੍ਰਦੂਸ਼ਣ ਉਸ ਵਿੱਚ ਚਲਾ ਜਾਂਦਾ ਹੈ। ਇਸ ਲਈ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਸਾਨੂੰ ਰਸਾਇਣਿਕ ਖਾਦਾਂ ਦੇ ਨਾਲ-ਨਾਲ ਕੁਦਰਤੀ ਖਾਦ ਦੀ ਵਰਤੋਂ ਵਧਾਉਣੀ ਚਾਹੀਦੀ ਹੈ ਅਤੇ ਜਾਂ ਫਿਰ ਖੇਤ ਨੂੰ ਘੱਟੋ-ਘੱਟ ਇੱਕ ਮੌਸਮ ਲਈ ਬਿਨਾਂ ਬੀਜੇ ਛੱਡ ਦੇਣਾ ਚਾਹੀਦਾ ਹੈ। ਦੋ ਤਰੀਕੇ ਹੈ, ਜਾਂ ਤਾਂ ਦੇਸੀ ਖਾਦ ਜੋ ਉਹ ਵਰਤਣੀ ਚਾਹੀਦੀ ਹੈ ਜਾਂ ਫਿਰ ਇੱਕ ਫਸਲ ਵਾਸਤੇ ਉਸ ਨੂੰ ਖਾਲੀ ਛੱਡ ਦਿੱਤਾ ਜਾਵੇ ਤਾਂ ਜੋ ਪੋਸ਼ਕ ਤੱਤ ਹੈ ਕੁਦਰਤੀ ਤੌਰ ਤੇ ਖੇਤ ਆਪਣੇ ਆਪ ਬਣਾ ਲਵੇ, ਧਰਤੀ ਜੋ ਹੈ ਉਹ ਆਪਣੇ ਆਪ ਨੂੰ ਦੁਬਾਰਾ ਤੰਦਰੁਸਤ ਕਰ ਲਵੇ। ਪਰੰਤੂ ਇਹ ਫਿਲਹਾਲ ਨਹੀਂ ਹੋ ਪਾ ਰਿਹਾ। ਚਲੋ ਅੱਗੇ ਵਧਦੇ ਹਾਂ। ਰੂੜੀ ਖਾਦ ਦੀ ਵਰਤੋਂ ਭੂਮੀ ਦੇ ਗਠਨ ਵਿੱਚ ਸੁਧਾਰ ਲਿਆਉਂਦੀ ਹੈ ਅਤੇ ਇਸ ਦੀ ਪਾਣੀ ਨੂੰ ਸੋਖ ਕੇ ਰੱਖਣ ਦੀ ਸਮਰੱਥਾ ਵਿੱਚ ਵਾਧਾ ਕਰਦੀ ਹੈ। ਜੋ ਰੂੜੀ ਖਾਦ ਹੈ, ਜੋ ਮੱਲੜ ਨਾਲ ਭਰਪੂਰ ਹੁੰਦੀ ਹੈ, ਜੋ ਮੱਲੜ ਹੈ ਉਹ ਦੋਨੋਂ ਚੀਜ਼ਾਂ 'ਚ ਸਹਾਈ ਹੁੰਦਾ, ਮਦਦਗਾਰ ਹੁੰਦਾ, ਭੂਮੀ ਦਾ ਗਠਨ ਅਤੇ ਭੂਮੀ ਦੀ ਪਾਣੀ ਸੋਖਣ ਦੀ ਸਮਰੱਥਾ, ਇਹਨਾਂ ਦੋਹਾਂ 'ਚ ਵਾਧਾ ਹੁੰਦਾ। ਸੋ ਇਸ ਨਾਲ ਮਿੱਟੀ ਵਿੱਚ ਸਾਰੇ ਪੋਸ਼ਕ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ। ਜੋ ਪੋਸ਼ਕ ਤੱਤ ਹੈ ਇਸ ਨਾਲ ਵੀ ਪੂਰਤੀ ਹੋ ਜਾਂਦੀ ਹੈ ਉਹਨਾਂ ਦੀ, ਜੋ ਵੀ ਫਸਲ ਦੁਆਰਾ ਜ਼ਮੀਨ ਵਿੱਚੋਂ, ਧਰਤੀ ਵਿੱਚੋਂ, ਮਿੱਟੀ ਵਿੱਚੋਂ ਪੋਸ਼ਕ ਤੱਤ ਲੈ ਲਏ ਗਏ ਨੇ, ਉਹਨਾਂ ਵਿੱਚੋਂ ਸੋਖ ਲਏ ਗਏ ਨੇ। ਜਿਵੇਂ ਹੀ ਆਪਾਂ ਇਸ ਵਿੱਚ ਰੂੜੀ ਦੀ ਖਾਦ ਐਡ ਕਰਦੇ ਹਾਂ, ਰੂੜੀ ਦੀ ਖਾਦ ਇਸ 'ਚ ਪਾਉਂਦੇ ਹਾਂ, ਖਾਦ ਪਾਉਂਦੇ ਹਾਂ ਤਾਂ ਜੋ ਪੋਸ਼ਕ ਤੱਤ ਹੈ ਦੁਬਾਰਾ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ। ਫਸਲ ਚੱਕਰ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਦਾ ਇੱਕ ਹੋਰ ਵਧੀਆ ਤਰੀਕਾ ਹੈ, ਜਿਵੇਂ ਕਿ ਪਿੱਛੇ ਦੱਸਿਆ ਸੀ।
कि फसल ਚੱਕਰ ਜਾਂ ਤੁਸੀਂ ਖੇਤ ਨੂੰ ਇੱਕ ਫਸਲ ਵਾਸਤੇ ਜਦੋਂ ਖਾਲੀ ਛੱਡ ਦਿੰਦੇ ਹੋ ਤਾਂ ਵੀ ਜੋ ਇਸਦੀ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ। ਇਹ ਵੀ ਇੱਕ ਅੱਛਾ ਤਰੀਕਾ ਹੈ। ਅਜਿਹੇ ਖੇਤ ਵਿੱਚ ਫਸਲ ਬਦਲ ਕੇ ਬੀਜਣ ਨਾਲ ਕੀਤਾ ਜਾਂਦਾ ਹੈ। ਇਹ ਕਿਵੇਂ ਕੀਤਾ ਜਾਂਦਾ ਹੈ? ਫਸਲ ਨੂੰ ਬਦਲ ਕੇ, ਜਾਂ ਉਸਨੂੰ ਖਾਲੀ ਛੱਡ ਦਿੱਤਾ ਜਾਂਦਾ ਹੈ, ਜਾਂ ਉਸਨੂੰ ਬਦਲ ਕੇ। ਕੁਝ ਫਸਲਾਂ ਐਸੀਆਂ ਨੇ ਜੋ ਜ਼ਮੀਨ ਦੀ, ਮਿੱਟੀ ਦੀ ਜੋ ਕੁਦਰਤੀ ਪੋਸ਼ਕ ਤੱਤ ਨੇ, ਉਹਨਾਂ ਨੂੰ ਉਹ ਦੁਬਾਰਾ ਬਣਾ ਦਿੰਦੀ ਹੈ। ਕੁਝ ਫਸਲਾਂ ਇਸ 'ਚ ਸਹਾਈ ਹੁੰਦੀਆਂ ਨੇ, ਇਸ 'ਚ ਮਦਦਗਾਰ ਹੁੰਦੀਆਂ ਨੇ। ਉਹਨਾਂ ਨੂੰ ਬੀਜ ਕੇ, ਵਿੱਚ ਬਦਲ ਕੇ ਉਹਨਾਂ ਨੂੰ ਬੀਜ ਕੇ ਜੋ ਮਿੱਟੀ ਦੀ ਜੋ ਸਿਹਤ ਹੈ ਉਹ ਅੱਛੀ ਰੱਖੀ ਜਾ ਸਕਦੀ ਹੈ। ਪਹਿਲਾਂ ਉੱਤਰ ਭਾਰਤ ਦੇ ਕਿਸਾਨ ਇੱਕ ਮੌਸਮ ਵਿੱਚ ਫਲੀਦਾਰ ਪੌਦੇ ਉਗਾਉਂਦੇ ਸਨ। ਫਲੀਦਾਰ ਪੌਦੇ ਤੁਸੀਂ ਪੜ੍ਹਿਆ ਹੋਏਗਾ ਕਿ ਜੋ ਨਾਈਟ੍ਰੋਜਨ ਫਿਕਸੇਸ਼ਨ, ਜੋ ਨਾਈਟ੍ਰੋਜਨ ਦਾ ਜੋ ਰਾਈਜ਼ੋਬੀਅਮ ਜੀਵਾਣੂ ਹੈ, ਤੁਸੀਂ ਮੁੱਢਲੀਆਂ ਕਲਾਸਾਂ ਵਿੱਚ ਪੜ੍ਹਿਆ ਹੈ ਕਿ ਉਹ ਜੋ ਹਵਾ ਵਿੱਚ ਨਾਈਟ੍ਰੋਜਨ ਹੈ ਉਸਨੂੰ ਸਥਿਰ ਕਰਕੇ ਮਿੱਟੀ ਵਿੱਚ ਨਾਈਟ੍ਰੇਟਸ ਬਣਾਉਂਦੇ ਹੈ। ਤੇ ਨਾਈਟ੍ਰੇਟਸ ਨਾਲ ਕੀ ਹੁੰਦਾ ਹੈ, ਜੋ ਸੋਇਲ ਹੈ, ਜੋ ਮਿੱਟੀ ਹੈ, ਉਸਦੀ ਜੋ ਸਿਹਤ ਹੈ, ਜੋ ਉਪਜਾਊਪਨ ਹੈ, ਉਹ ਵੱਧਦਾ ਹੈ। ਸੋ ਪਹਿਲਾਂ ਇਹ ਦੱਸਿਆ ਜਾਂਦਾ ਹੈ, ਪਹਿਲਾਂ ਉੱਤਰੀ ਭਾਰਤ ਦੇ ਕਿਸਾਨ ਇੱਕ ਮੌਸਮ ਵਿੱਚ ਫਲੀਦਾਰ ਪੌਦੇ ਉਗਾਉਂਦੇ ਸਨ ਅਤੇ ਦੂਜੇ ਮੌਸਮ ਵਿੱਚ ਕਣਕ। ਇਸ ਤਰ੍ਹਾਂ ਕਰਨ ਨਾਲ ਭੂਮੀ ਵਿੱਚ ਨਾਈਟ੍ਰੋਜਨ ਦੀ ਕਮੀ ਪੂਰੀ ਹੋ ਜਾਂਦੀ ਸੀ। ਅੱਜ ਕੱਲ੍ਹ ਦੇ ਕਿਸਾਨ ਨੂੰ ਵੀ ਅਜਿਹੀ ਵਿਧੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੁੱਢਲੀਆਂ ਕਲਾਸਾਂ ਵਿੱਚ ਤੁਸੀਂ ਰਾਈਜ਼ੋਬੀਅਮ ਜੀਵਾਣੂ, ਜੋ ਮੈਂ ਪਹਿਲਾਂ ਦੱਸਿਆ, ਬਾਰੇ ਪੜ੍ਹ ਚੁੱਕੇ ਹੋ। ਇਹ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਇੱਥੇ ਤੇ ਗੰਢਾਂ ਵਿੱਚ ਹੁੰਦੇ ਹਨ। ਇੱਥੇ ਗੱਠਾਂ ਹੁੰਦੀਆਂ ਨੇ ਜੋ ਫਲੀਦਾਰ ਪੌਦੇ ਆ, ਜਿਵੇਂ ਮਟਰ ਹੋਇਆ ਜਾਂ ਸੋਇਆਬੀਨ ਹੋਇਆ ਜਾਂ ਕੁਝ ਇਸ ਤਰ੍ਹਾਂ ਦੇ ਪੌਦੇ, ਇਹਨਾਂ ਦੀ ਜੜ੍ਹਾਂ ਵਿੱਚ ਗੱਠਾਂ ਹੁੰਦੀਆਂ ਤੇ ਉਹਨਾਂ ਵਿੱਚ ਰਾਈਜ਼ੋਬੀਅਮ ਬੈਕਟੀਰੀਆ, ਜੋ ਰਾਈਜ਼ੋਬੀਅਮ ਜੀਵਾਣੂ ਪਾਏ ਜਾਂਦੇ ਨੇ। ਇਹ ਵਾਯੂਮੰਡਲ ਜੋ ਹਵਾ ਵਿਚਲੀ ਨਾਈਟ੍ਰੋਜਨ, N ਲਿਖਿਆ, N ਤੋਂ ਭਾਵ ਹੈ ਨਾਈਟ੍ਰੋਜਨ, ਨੂੰ ਸਥਿਰ ਕਰਕੇ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਕਮੀ ਦੀ ਪੂਰਤੀ ਕਰ ਦਿੰਦੇ ਹਨ। ਸੋ ਇਹ ਕੁਝ ਪੌਦੇ ਨੇ ਜੋ ਜੇ ਬਦਲ ਕੇ ਫਸਲ ਇਹਨਾਂ ਦੀ ਖੇਤ ਵਿੱਚ ਲਗਾਈ ਜਾਏ ਤਾਂ ਇਹ ਵੀ ਕਾਫੀ ਹੱਦ ਤੱਕ ਜੋ ਫਸਲ ਦੀ ਜੋ ਸੋਇਲ ਹੈ, ਜੋ ਮਿੱਟੀ ਦੀ ਸਿਹਤ ਹੈ, ਜੋ ਖੇਤ ਦੀ ਸਿਹਤ ਹੈ, ਉਸ ਨੂੰ ਤੰਦਰੁਸਤ ਤੇ ਅੱਛਾ ਬਣਾ ਦਿੰਦੀ ਹੈ। ਇਹ ਹੁਣ ਕਿਰਿਆ ਇਸ ਤਰ੍ਹਾਂ ਕਿ ਤੁਸੀਂ ਜੋ ਫਰਟੀਲਾਈਜ਼ਰਸ ਹੈ, ਜੋ ਮੈਨਿਓਰਸ ਨੇ, ਜੋ ਰਸਾਇਣਿਕ ਖਾਦ ਹੈ ਜਾਂ ਜੋ ਰੂੜੀ ਖਾਦ ਹੈ, ਉਸਦਾ ਫਸਲਾਂ ਤੇ ਕੀ ਅਸਰ ਹੁੰਦਾ ਹੈ, ਇਹਦੇ ਬਾਰੇ ਆਓ ਆਪਾਂ ਕਿਰਿਆ ਕਰਦੇ ਹਾਂ। ਉਹ ਕਿਰਿਆ ਕੁਛ ਇਸ ਤਰ੍ਹਾਂ: ਮੂੰਗੀ ਜਾਂ ਛੋਲਿਆਂ ਦੇ ਕੁਝ ਬੀਜ ਲਓ, ਉਹਨਾਂ ਨੂੰ ਪੁੰਗਰਨ ਲਈ ਰੱਖ ਦਿਓ। ਹੁਣ ਇਹਨਾਂ ਵਿੱਚੋਂ 3 ਬਰਾਬਰ ਆਕਾਰ ਦੇ ਪੁੰਗਰੇ ਹੋਏ ਛੋਟੇ ਪੌਦੇ ਲਓ। ਹੁਣ 3 ਖਾਲੀ ਗਲਾਸ ਜਾਂ ਬੀਕਰ ਲਓ। 3 ਗਲਾਸ ਲਿੱਤੇ हैं। ਉਹਨਾਂ ਉੱਤੇ ਊੜਾ ਆੜਾ ਈੜੀ, ਇਸ ਵਿੱਚ ABC ਹੈ, ਤੁਸੀਂ ਇਹਨੂੰ ਊੜਾ ਆੜਾ ਈੜੀ ਸਮਝੋ, ਦੇ ਨਿਸ਼ਾਨ ਲਗਾਓ। ਬੀਕਰ ਊੜੇ ਵਿੱਚ ਥੋੜੀ ਜਿਹੀ ਮਿੱਟੀ ਗੋਬਰ ਨਾਲ ਮਿਲਾ ਕੇ ਪਾਓ। ਗੋਬਰ ਦਾ ਮਤਲਬ ਹੈ ਕਿ ਇਹਨੂੰ ਤੁਸੀਂ ਦੇਸੀ ਖਾਦ ਕਹਿ ਸਕਦੇ ਹੋ, ਠੀਕ ਹੈ। ਗੋਬਰ ਨਾਲ ਮਿਲਾ ਕੇ ਪਾਓ। ਬੀਕਰ ਆੜੇ ਵਿੱਚ ਥੋੜੀ ਜਿਹੀ ਮਿੱਟੀ ਯੂਰੀਆ ਨਾਲ ਮਿਲਾ ਕੇ ਪਾਓ। ਇੱਥੇ ਯੂਰੀਆ ਜੋ ਹੈ ਰਸਾਇਣਿਕ ਖਾਦ ਹੈ। ਸੋ ਬੀਕਰ ਆੜੇ ਵਿੱਚ ਤੁਸੀਂ ਰਸਾਇਣਿਕ ਖਾਦ ਪਾਣੀ ਹੈ, ਯੂਰੀਆ। ਬੀਕਰ ਈੜੀ ਵਿੱਚ ਬਿਨਾਂ ਕਿਸੇ ਖਾਦ ਤੋਂ ਮਿੱਟੀ ਪਾਓ। ਹੁਣ ਹਰ ਇੱਕ ਬੀਕਰ ਨੂੰ ਬਰਾਬਰ ਮਾਤਰਾ ਵਿੱਚ ਪਾਣੀ ਪਾਓ ਅਤੇ ਛੋਟੇ ਪੌਦੇ ਬੀਜ ਦਿਓ। ਇਹਨਾਂ ਤਿੰਨਾਂ ਬੀਕਰਾਂ ਨੂੰ ਸੁਰੱਖਿਅਤ ਜਗ੍ਹਾ ਤੇ ਰੱਖੋ ਅਤੇ ਹਰ ਰੋਜ਼ ਪਾਣੀ ਪਾਓ। 7 ਤੋਂ 10 ਦਿਨ ਉਹਨਾਂ ਦਾ ਵਾਧਾ ਨੋਟ ਕਰੋ ਕਿ ਸਾਰੇ ਬੀਕਰਾਂ ਵਿੱਚ ਪੌਦੇ, ਫਿਰ 7 ਦਿਨ ਤੋਂ 10 ਦਿਨਾਂ ਬਾਅਦ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਪਾਓਗੇ। ਤੇ ਇਹ ਕਿਰਿਆ ਤੁਸੀਂ ਆਪ ਕਰੋ। ਇਹ ਬਹੁਤ ਹੀ ਸੌਖੀ ਕਿਰਿਆ, ਇਹ ਸਾਰਾ ਸਮਾਨ ਤੁਹਾਨੂੰ ਘਰ ਵਿੱਚ ਮਿਲ ਸਕਦਾ ਹੈ। ਤੇ ਇਹ ਤੁਸੀਂ ਕਿਰਿਆ ਆਪ ਕਰੋ ਤੇ ਉਸ ਤੋਂ ਬਾਅਦ ਤੁਹਾਨੂੰ ਇਹ 3 ਸਵਾਲਾਂ ਦਾ ਜਵਾਬ ਮਿਲੇਗਾ। ਕਿਹਨਾਂ ਦਾ? ਕਿ ਸਾਰੇ ਬੀਕਰਾਂ ਵਿੱਚ ਪੌਦਿਆਂ ਦਾ ਵਾਧਾ ਇੱਕ ਸਮਾਨ ਹੈ। ਨੰਬਰ 1 ਇਹ ਸਵਾਲ ਹੈ ਕਿ ਸਾਰੇ ਬੀਕਰਾਂ ਵਿੱਚ, ਸਾਰੇ ਗਲਾਸਾਂ ਵਿੱਚ ABC ਊੜਾ ਆੜਾ ਈੜੀ ਵਿੱਚ ਪੌਦਿਆਂ ਦਾ ਵਾਧਾ ਇੱਕ ਸਮਾਨ ਹੈ। ਕਿਸ ਬੀਕਰ ਵਿੱਚ ਪੌਦਿਆਂ ਦਾ ਵਾਧਾ ਵਧੀਆ ਹੋਵੇਗਾ? ਕਿਸ ਬੀਕਰ ਵਿੱਚ ਵਾਧਾ ਤੇਜ਼ੀ ਨਾਲ ਹੋਵੇਗਾ? ਇਹ 3 ਚੀਜ਼ਾਂ ਤੁਹਾਨੂੰ ਪਤਾ ਲੱਗੇਗਾ ਕਿ ਰੂੜੀ ਖਾਦ, ਯੂਰੀਆ ਤੇ ਬਿਨਾਂ ਕਿਸੇ ਵੀ ਤਰ੍ਹਾਂ ਦੇ ਖਾਦ ਤੋਂ ਪੌਦਿਆਂ ਤੇ ਕੀ ਅਸਰ ਹੁੰਦਾ ਹੈ। ਜਦੋਂ ਆਪਾਂ ਯੂਰੀਆ ਨਾਲ ਉਗਾਉਂਦੇ ਹਾਂ ਪੌਦਾ ਤਾਂ ਕਿਵੇਂ ਉੱਗਦਾ ਹੈ, ਜਦੋਂ ਗੋਬਰ ਨਾਲ, ਰੂੜੀ ਖਾਦ ਨਾਲ ਉਗਾਉਂਦੇ ਹਾਂ ਤਾਂ ਕਿਸ ਤਰ੍ਹਾਂ ਉੱਗਦਾ ਹੈ, ਤੇ ਜਦੋਂ ਕੁਝ ਵੀ ਨਹੀਂ ਪਾਉਂਦੇ ਮਿੱਟੀ ਵਿੱਚ ਤਾਂ ਪੌਦੇ ਦੀ ਸਿਹਤ ਅਤੇ ਗਰੋਥ ਜੋ ਕਿਸ ਤਰ੍ਹਾਂ ਦੀ ਹੁੰਦੀ ਹੈ। ਇਹ ਬਹੁਤ ਹੀ ਜ਼ਰੂਰੀ ਹੈ। ਇਹ ਕੁਐਸਚਨ ਵੀ ਆਉਂਦਾ ਹੈ
ਤੇ ਇਹ ਬਹੁਤ ਹੀ ਜ਼ਰੂਰੀ ਹੈ। ਇਹ ਜੋ ਦੇਖੋ ਰਸਾਇਣਿਕ ਅਤੇ ਰੂੜੀ ਖਾਦ ਵਿੱਚ ਅੰਤਰ। ਹੁਣ ਆਪਾਂ ਰੂੜੀ ਖਾਦ ਤੇ ਰਸਾਇਣਿਕ ਖਾਦ ਬਾਰੇ ਪੜ੍ਹ ਤਾਂ ਬਹੁਤ ਚੁੱਕੇ ਹਾਂ, ਪਰ ਇਹਨਾਂ ਵਿੱਚ ਅੰਤਰ ਕੀ ਹੈ? ਡਿਫਰੈਂਸ ਬਿਟਵੀਨ ਫਰਟੀਲਾਈਜ਼ਰਸ ਐਂਡ ਮੈਨਿਓਰ। ਮੈਨਿਓਰ ਹੁੰਦਾ ਰੂੜੀ ਖਾਦ, ਫਰਟੀਲਾਈਜ਼ਰ ਰਸਾਇਣਿਕ ਖਾਦ। ਨੰਬਰ 1, ਰਸਾਇਣਿਕ ਖਾਦਾਂ ਅਕਾਰਬਨਿਕ ਪਦਾਰਥ ਹਨ। ਜਿਵੇਂ ਕਿ ਰੂੜੀ ਖਾਦ ਕਾਰਬਨਿਕ ਪਦਾਰਥ ਹੈ, ਜੋ ਰਸਾਇਣਿਕ ਖਾਦ ਹੈ ਉਹ ਅਕਾਰਬਨਿਕ ਪਦਾਰਥ ਹੈ। ਰੂੜੀ ਖਾਦ ਕੁਦਰਤੀ ਪਦਾਰਥ ਹੈ ਜੋ ਕਿ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਤਿਆਰ ਹੁੰਦਾ ਹੈ। ਇਹ ਅਕਾਰਬਨਿਕ ਹੈ, ਇਸ ਦੇ ਬਿਲਕੁਲ ਉਲਟ ਇਹ ਕੁਦਰਤੀ ਪਦਾਰਥ ਹੈ। ਤਾਂ ਹੀ ਇਹ ਸਿੰਥੈਟਿਕ ਹੈ, ਕੈਮੀਕਲ ਹੈ, ਇਸ ਕਰਕੇ ਇਸਨੂੰ ਇਹਦੇ ਕੁਝ ਨੁਕਸਾਨ ਵੀ ਨੇ ਵਾਤਾਵਰਣ ਨੂੰ, ਸੋਇਲ ਨੂੰ, ਜ਼ਮੀਨ ਨੂੰ, ਇਸ ਕਰਕੇ ਇਸਨੂੰ ਲਾਲ ਅੱਖਰਾਂ ਵਿੱਚ ਲਿਖਿਆ ਗਿਆ। ਤੇ ਜੋ ਰੂੜੀ ਖਾਦ ਹੈ ਇਹ ਬਹੁਤ ਹੀ ਫਾਇਦੇਮੰਦ ਹੈ ਤੇ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੈ, ਇਸ ਕਰਕੇ ਇਸਨੂੰ ਹਰੇ ਅੱਖਰਾਂ ਨਾਲ ਲਿਖਿਆ ਗਿਆ ਤਾਂ ਕਿ ਤੁਹਾਨੂੰ ਯਾਦ ਰਹੇ। ਨੰਬਰ 2, ਰਸਾਇਣਿਕ ਖਾਦਾਂ ਦਾ ਉਤਪਾਦਨ ਫੈਕਟਰੀਆਂ ਵਿੱਚ ਕੀਤਾ ਜਾਂਦਾ ਹੈ। ਇਹ ਬਣਦੇ ਕਿੱਥੇ ਨੇ? ਫੈਕਟਰੀਆਂ ਵਿੱਚ, ਬਹੁਤ ਵੱਡੀਆਂ ਵੱਡੀਆਂ। ਇਸ ਦੇ ਬਿਲਕੁਲ ਉਲਟ ਰੂੜੀ ਖਾਦ ਖੇਤਾਂ ਵਿੱਚ ਜਾਂ ਘਰਾਂ ਦੇ ਬਾਹਰ ਖੁੱਲੀ ਥਾਂ ਵਿੱਚ ਤਿਆਰ ਕੀਤੀ ਜਾਂਦੀ ਹੈ। ਨੰਬਰ 3, ਰਸਾਇਣਿਕ ਖਾਦਾਂ ਭੂਮੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ। ਜੋ ਰਸਾਇਣਿਕ ਖਾਦਾਂ ਹੈ ਪੋਸ਼ਕ ਤੱਤ ਦੀ ਪੂਰਤੀ ਤਾਂ ਕਰ ਦਿੰਦੀਆਂ, ਪਰ ਇਹ ਹਿਊਮਸ ਮੱਲੜ ਨਹੀਂ ਬਣਾਉਂਦੀਆਂ, ਜਦੋਂ ਕਿ ਰੂੜੀ ਖਾਦ ਭੂਮੀ ਨੂੰ ਭਰਪੂਰ ਮਾਤਰਾ ਵਿੱਚ ਮੱਲੜ ਪ੍ਰਦਾਨ ਕਰਦੀ ਹੈ। ਨੰਬਰ 4, ਰਸਾਇਣਿਕ ਖਾਦਾਂ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਆਦਿ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਹੁੰਦੇ ਹਨ। ਇਸ ਦੇ ਉਲਟ ਰੂੜੀ ਖਾਦਾਂ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਇਹ ਪੋਸ਼ਕ ਤੱਤ ਘੱਟ ਮਾਤਰਾ ਵਿੱਚ ਹੁੰਦੇ ਹਨ। ਇਹ ਜੋ ਪੋਸ਼ਕ ਤੱਤ ਨੇ ਉਹ ਮਾਤਰਾ ਵਿੱਚ ਤਾਂ ਘੱਟ ਹੁੰਦੇ ਆ, ਪਰ ਇਹਦਾ ਨੁਕਸਾਨ ਕੋਈ ਨਹੀਂ ਹੈ। ਤੇ ਇਸ ਕਰਕੇ ਜੇ ਆਪਾਂ ਇਹਨਾਂ ਦੋਹਾਂ ਨੂੰ ਕੰਪੇਅਰ ਕਰੀਏ, ਤੁਲਨਾ ਕਰੀਏ, ਤਾਂ ਰੂੜੀ ਖਾਦ ਜੋ ਹੈ ਉਹ ਰਸਾਇਣਿਕ ਖਾਦਾਂ ਤੋਂ ਕਈ ਦਰਜੇ ਕਾਫੀ ਅੱਛੀ ਮੰਨੀ ਜਾਂਦੀ ਹੈ। ਸੋ ਜੋ ਹੁਣ ਦੇ ਕਿਸਾਨ ਹੈ, ਜੋ ਉਹਨਾਂ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਰੂੜੀ ਖਾਦ ਦੀ ਵਰਤੋਂ ਕਰਨ, ਤਾਂ ਜੋ ਉਹਨਾਂ ਦੀ ਸਿਹਤ, ਉਹਨਾਂ ਦੇ ਖੇਤਾਂ ਦੀ ਸਿਹਤ ਅਤੇ ਜੋ ਲੋਕ ਉਹ ਅਨਾਜ ਤੇ ਉਪਜ ਖਾਂਦੇ ਨੇ, ਉਹਨਾਂ ਦਾ ਸੇਵਨ ਕਰਦੇ ਆ, ਉਹਨਾਂ ਦੀ ਸਿਹਤ ਵੀ ਚੰਗੀ ਬਣੀ ਰਹੇ। ਸੋ ਇਸ ਦੇ ਨਾਲ ਹੀ ਜੋ ਪਹਿਲਾ ਭਾਗ ਹੈ ਚੈਪਟਰ 1 ਦਾ ਪਾਰਟ 1, ਉਸ ਦਾ ਅੰਤ ਹੁੰਦਾ ਹੈ। ਤੇ ਬੱਚਿਓ, ਮੈਂ ਤੁਹਾਨੂੰ ਫੇਰ ਉਹੀ ਗੱਲ ਜੋ ਹਰ ਵਾਰ ਆਖਦਾ ਕਿ ਇਸ ਨੂੰ ਤੁਸੀਂ ਆਪਣੀ ਕਾਪੀ ਤੇ ਲਿਖਣਾ ਹੈ, ਲਿਖ ਕੇ ਯਾਦ ਕਰਨਾ ਹੈ, ਕਿਉਂਕਿ ਮੇਰਾ ਤੁਹਾਨੂੰ ਇਹੀ ਬੇਨਤੀ ਰਹੇਗੀ। ਜੋ ਆਮ ਕਰਕੇ ਹੁੰਦਾ ਕੀ ਹੈ, ਬੱਚੇ ਲੈਸਨ ਨੂੰ ਧਿਆਨ ਨਾਲ ਨਹੀਂ ਪੜ੍ਹਦੇ ਤੇ ਕੁਐਸਚਨ ਆਨਸਰਸ ਕਰਨ ਦੀ ਕੋਸ਼ਿਸ਼ ਕਰਦੇ ਹੈ। ਕੁਐਸਚਨ ਆਨਸਰਸ ਪਹਿਲਾਂ ਨਹੀਂ, ਕਿਉਂਕਿ ਕਿਤਾਬ ਵਿੱਚ ਪਹਿਲਾਂ ਲੈਸਨ ਦਿੱਤਾ ਗਿਆ। ਜੇ ਕੁਐਸਚਨ ਆਨਸਰ ਲੈਸਨ ਤੋਂ ਵੱਧ ਜ਼ਰੂਰੀ ਹੁੰਦੇ ਤਾਂ ਕਿਤਾਬ ਵਿੱਚ ਲੈਸਨ ਤੋਂ ਪਹਿਲਾਂ ਦਿੱਤੇ ਹੁੰਦੇ। ਇਸੇ ਕਰਕੇ, ਕਿਉਂਕਿ ਲੈਸਨ ਜੋ ਹੈ ਉਹ ਕੁਐਸਚਨ ਆਨਸਰਸ ਤੋਂ, ਐਕਸਰਸਾਈਜ਼ ਤੋਂ, ਕਿਰਿਆ ਤੋਂ ਵੱਧ ਜ਼ਰੂਰੀ ਹੈ, ਇਸ ਕਰਕੇ ਉਹ ਤੁਹਾਡੀ ਕਿਤਾਬ ਵਿੱਚ ਕੁਐਸਚਨ ਆਨਸਰ ਤੋਂ ਪਹਿਲਾਂ ਦਿੱਤਾ ਗਿਆ। ਇਸ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹੋ, ਲਿਖ ਕੇ ਯਾਦ ਕਰੋ, ਫਿਰ ਤੁਸੀਂ ਦੇਖੋਗੇ ਕਿ ਜੋ ਕੁਐਸਚਨ ਆਨਸਰਸ ਨੇ ਜਾਂ ਐਕਸਰਸਾਈਜ਼ ਹੈ ਉਹ ਤੁਹਾਨੂੰ ਬਹੁਤ ਹੀ ਆਸਾਨ ਲੱਗੇਗੀ। ਤੇ ਇਹਨਾਂ ਹੀ ਗੱਲਾਂ ਨਾਲ ਜੋ ਇਸ ਦਾ ਆਪਾਂ ਅੰਤ ਕਰਦੇ ਹਾਂ, ਤੇ ਧੰਨਵਾਦ।